ਅਗਲਾ ਚੈਪਟਰ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦਾ ਆਸਾਨ ਤਰੀਕਾ। ਜ਼ਿਆਦਾਤਰ ਲੋਕ ਦੂਜਿਆਂ ਕੋਲੋਂ ਆਪਣੀ ਗੱਲ ਮਨਵਾਉਣ ਲਈ ਬਹੁਤ ਜ਼ਿਆਦਾ ਬੋਲਦੇ ਨੇ। ਇਸ ਦੀ ਬਜਾਏ ਤੁਹਾਨੂੰ ਸਾਹਮਣੇ ਵਾਲੇ ਨੂੰ ਜ਼ਿਆਦਾ ਬੋਲਣ ਦਾ ਮੌਕਾ ਦੇਣਾ ਚਾਹੀਦਾ ਹੈ। ਉਹ ਆਪਣੇ ਬਿਜ਼ਨਸ ਅਤੇ ਆਪਣੀਆਂ ਸਮੱਸਿਆਵਾਂ ਬਾਰੇ ਤੁਹਾਡੇ ਨਾਲੋਂ ਜ਼ਿਆਦਾ ਜਾਣਦੇ ਹਨ। ਇਸ ਲਈ ਤੁਸੀਂ ਉਹਨਾਂ ਕੋਲੋਂ ਸਵਾਲ ਪੁੱਛੋ, ਉਹਨਾਂ ਨੂੰ ਆਪਣੀ ਗੱਲ ਕਹਿਣ ਦਿਓ। ਜੇਕਰ ਤੁਸੀਂ ਉਹਨਾਂ ਨਾਲ ਅਸਹਿਮਤ ਹੋਵੋ ਤਾਂ ਤੁਹਾਡੇ ਅੰਦਰ ਇਹ ਉਤੇਜਨਾ ਜਾਗ ਸਕਦੀ ਹੈ ਕਿ ਤੁਸੀਂ ਉਹਨਾਂ ਦੀ ਗੱਲ ਵਿੱਚੋਂ ਹੀ ਕੱਟ ਦਿਓ, ਪਰੰਤੂ ਇਸ ਤਰ੍ਹਾਂ ਬਿਲਕੁਲ ਨਾ ਕਰੋ। ਇਹ ਇੱਕ ਖਤਰਨਾਕ ਆਦਤ ਹੈ ਕਿਉਂਕਿ ਉਹਨਾਂ ਦੇ ਦਿਮਾਗ ਵਿੱਚ ਬਹੁਤ ਸਾਰੇ ਵਿਚਾਰ ਆਉਂਦੇ ਹਨ ਜਿਨ੍ਹਾਂ ਨੂੰ ਉਹ ਵਿਅਕਤ ਕਰਨਾ ਚਾਹੁੰਦੇ ਹਨ। ਇਸ ਲਈ ਤੁਹਾਡੀਆਂ ਗੱਲਾਂ ਉੱਤੇ ਧਿਆਨ ਨਹੀਂ ਦੇਣਗੇ। ਉਚਿਤ ਇਹੀ ਹੋਵੇਗਾ ਕਿ ਤੁਸੀਂ ਉਹਨਾਂ ਦੀ ਗੱਲ ਧੀਰਜ ਅਤੇ ਧਿਆਨ ਨਾਲ ਸੁਣੋ। ਇਸ ਬਾਰੇ ਗੰਭੀਰ ਰਹੋ। ਉਹਨਾਂ ਨੂੰ ਆਪਣੇ ਵਿਚਾਰਾਂ ਨੂੰ ਪੂਰੀ ਤਰ੍ਹਾਂ ਨਾਲ ਬਿਆਨ ਕਰਨ ਲਈ ਉਤਸ਼ਾਹਿਤ ਕਰੋ। ਕੀ ਇਹ ਤਰੀਕਾ ਬਿਜ਼ਨਸ ਵਿੱਚ ਕੰਮ ਆਉਂਦਾ ਹੈ? ਆਓ ਦੇਖਦੇ ਹਾਂ। ਇੱਥੇ ਇੱਕ ਸੇਲਜ਼ਮੈਨ ਦੀ ਕਹਾਣੀ ਹੈ ਜਿਸ ਨੂੰ ਮਜਬੂਰਨ ਚੁੱਪ ਰਹਿਣਾ ਪਿਆ। ਅਮਰੀਕਾ ਦੇ ਇੱਕ ਵੱਡੇ ਆਟੋਮੋਬਾਈਲ ਨਿਰਮਾਤਾ ਨੂੰ ਸਾਰੇ ਸਾਲ ਲਈ ਅਪਹੋਲਸਟਰੀ ਫੈਬਰਿਕਸ ਦੀ ਜ਼ਰੂਰਤ ਸੀ। 3 ਮਹੱਤਵਪੂਰਨ ਨਿਰਮਾਤਾਵਾਂ ਨੇ ਆਪਣੇ ਸੈਂਪਲ ਭੇਜੇ। ਮੋਟਰ ਕੰਪਨੀ ਦੇ ਐਗਜ਼ੀਕਿਊਟਿਵਜ਼ ਨੇ ਉਹਨਾਂ ਦੀ ਜਾਂਚ ਕੀਤੀ। ਇਸ ਤੋਂ ਬਾਅਦ ਹਰ ਨਿਰਮਾਤਾ ਨੂੰ ਇੱਕ ਨੋਟਿਸ ਭੇਜਿਆ ਗਿਆ ਕਿ ਇੱਕ ਨਿਸ਼ਚਿਤ ਦਿਨ ਉਹਨਾਂ ਨੂੰ ਅਵਸਰ ਦਿੱਤਾ ਜਾਵੇਗਾ ਤਾਂ ਕਿ ਉਹ ਆਪਣੇ ਕੰਟਰੈਕਟ ਲਈ ਅੰਤਲਾ ਵਿਵਰਣ ਦੇ ਸਕਣ। ਵਿਸਤ੍ਰਿਤ ਵਿਵਰਣ ਦੇਣ ਲਈ ਤਿੰਨਾਂ ਕੰਪਨੀਆਂ ਦੇ ਨਿਰਮਾਤਾਵਾਂ ਦੇ ਪ੍ਰਤੀਨਿਧ ਨਿਸ਼ਚਿਤ ਦਿਨ ਹਾਜ਼ਰ ਹੋਏ। ਸੰਯੋਗ ਨਾਲ JBR ਨਾਮ ਦੇ ਪ੍ਰਤੀਨਿਧ ਨੂੰ ਲੈਰਿੰਗਾਈਟਿਸ ਦਾ ਸੀਰੀਅਸ ਅਟੈਕ ਪੈ ਗਿਆ। ਉਸ ਦਾ ਗਲਾ ਖਰਾਬ ਹੋ ਗਿਆ। ਜਦੋਂ ਕਾਨਫਰੰਸ ਵਿੱਚ ਐਗਜ਼ੀਕਿਊਟਿਵ ਦੇ ਸਾਹਮਣੇ ਬੋਲਣ ਦੀ ਮੇਰੀ ਵਾਰੀ ਆਈ, ਮਿਸਟਰ ਆਰ ਨੇ ਮੇਰੀ ਕਲਾਸ ਵਿੱਚ ਇਹ ਪ੍ਰਸੰਗ ਸੁਣਾਇਆ ਤਾਂ ਮੇਰੀ ਆਵਾਜ਼ ਨਹੀਂ ਨਿਕਲ ਰਹੀ ਸੀ। ਮੈਂ ਮੁਸ਼ਕਲ ਨਾਲ ਫੁਸਫੁਸਾ ਪਾ ਰਿਹਾ ਸੀ। ਮੈਨੂੰ ਇੱਕ ਕਮਰੇ ਵਿੱਚ ਲੈ ਜਾਇਆ ਗਿਆ ਤੇ ਮੈਂ ਉੱਥੇ ਆਪਣੇ ਆਪ ਨੂੰ ਟੈਕਸਟਾਈਲ ਇੰਜੀਨੀਅਰ, ਪਰਚੇਜ਼ਿੰਗ ਏਜੰਟ, ਸੇਲਜ਼ ਡਾਇਰੈਕਟਰ ਅਤੇ ਕੰਪਨੀ ਦੇ ਪ੍ਰੈਜ਼ੀਡੈਂਟ ਸਾਹਮਣੇ ਖੜਾ ਪਾਇਆ। ਮੈਂ ਬੋਲਣ ਲਈ ਖੜਾ ਹੋਇਆ ਸੀ ਤੇ ਮੈਂ ਦਲੇਰੀ ਨਾਲ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ, ਪਰੰਤੂ ਮੈਂ ਕੁਝ ਸ਼ਬਦਾਂ ਤੋਂ ਜ਼ਿਆਦਾ ਨਹੀਂ ਸੀ ਬੋਲ ਪਾ ਰਿਹਾ। ਉਹ ਸਾਰੇ ਲੋਕ ਇੱਕ ਟੇਬਲ ਦੇ ਚਾਰੇ ਪਾਸੇ ਬੈਠੇ ਹੋਏ ਸਨ। ਇਸ ਲਈ ਮੈਂ ਇੱਕ ਕਾਗਜ਼ ਉੱਪਰ ਲਿਖ ਦਿੱਤਾ, ਮੇਰਾ ਗਲਾ ਖਰਾਬ ਹੈ, ਮੈਂ ਬੋਲ ਨਹੀਂ ਸਕਦਾ। ਕੰਪਨੀ ਦੇ ਪ੍ਰੈਜ਼ੀਡੈਂਟ ਨੇ ਕਿਹਾ, ਤੁਹਾਡੇ ਵੱਲੋਂ ਮੈਂ ਬੋਲਾਂਗਾ, ਤੇ ਉਹਨਾਂ ਨੇ ਬੋਲਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਮੇਰੇ ਸੈਂਪਲ ਦਿਖਾਏ ਤੇ ਉਹਨਾਂ ਦੀਆਂ ਵਿਸ਼ੇਸ਼ਤਾਵਾਂ ਵੀ ਦੱਸੀਆਂ। ਮੇਰੇ ਪ੍ਰੋਡਕਟ ਦੀ ਗੁਣਵੱਤਾ ਉੱਤੇ ਇੱਕ ਰੌਚਕ ਬਹਿਸ ਛਿੜ ਗਈ ਅਤੇ ਕਿਉਂਕਿ ਪ੍ਰੈਜ਼ੀਡੈਂਟ ਮੇਰੇ ਬਦਲੇ ਬੋਲ ਰਹੇ ਸਨ, ਇਸ ਲਈ ਉਹਨਾਂ ਨੇ ਚਰਚਾ ਵਿੱਚ ਮੇਰੀ ਹੀ ਪ੍ਰਤੀਨਿਧਤਾ ਕੀਤੀ। ਪੂਰੀ ਚਰਚਾ ਦੌਰਾਨ ਮੇਰੀ ਭਾਗੀਦਾਰੀ ਸਿਰਫ ਕੁਝ ਮੁਸਕਰਾਹਟਾਂ, ਸਿਰ ਹਿਲਾਉਣ ਅਤੇ ਚਿਹਰੇ ਦੇ ਹਾਵ ਭਾਵ ਤੱਕ ਸੀਮਤ ਸੀ। ਇਸ ਅਦਭੁਤ ਮੀਟਿੰਗ ਦੀ ਵਜ੍ਹਾ ਨਾਲ ਮੈਨੂੰ ਕੰਟਰੈਕਟ ਮਿਲ ਗਿਆ। 5 ਲੱਖ ਗੱਜ ਅਪਹੋਲਸਟਰੀ ਫੈਬਰਿਕਸ ਦਾ ਆਰਡਰ, ਜਿਸ ਦੀ ਕੁੱਲ ਕੀਮਤ $16 ਲੱਖ ਸੀ। ਇਹ ਹੁਣ ਤੱਕ ਮਿਲਿਆ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਆਰਡਰ ਸੀ। ਮੈਂ ਜਾਣਦਾ ਸੀ ਕਿ ਜੇਕਰ ਮੇਰਾ ਗਲਾ ਨਹੀਂ ਬੈਠਦਾ ਤਾਂ ਮੇਰੇ ਹੱਥੋਂ ਕੰਟਰੈਕਟ ਨਿਕਲ ਜਾਂਦਾ। ਇਸ ਲਈ ਕਿਉਂਕਿ ਮੈਂ ਪੂਰੇ ਮਾਮਲੇ ਬਾਰੇ ਮੇਰੇ ਵਿਚਾਰ ਹੀ ਗਲਤ ਸਨ। ਸੁਭਾਗ ਨਾਲ ਹੀ ਮੈਂ ਸਮਝ ਪਾਇਆ ਕਿ ਕਈ ਵਾਰੀ ਦੂਜੇ ਵਿਅਕਤੀ ਦੇ ਬੋਲਣ ਨਾਲ ਸਾਨੂੰ ਜ਼ਿਆਦਾ ਫਾਇਦਾ ਹੁੰਦਾ। ਬਿਜ਼ਨਸ ਵਾਂਗ ਹੀ ਪਰਿਵਾਰ ਵਿੱਚ ਵੀ ਸਾਨੂੰ ਦੂਜਿਆਂ ਦੀਆਂ ਗੱਲਾਂ ਸੁਣਨ ਨਾਲ ਜ਼ਿਆਦਾ ਹੀ ਫਾਇਦਾ ਹੁੰਦਾ। ਆਪਣੀ ਪੁੱਤਰੀ ਨਾਲ ਬਾਰਬਰਾ ਵਿਲਸਨ ਦੇ ਸੰਬੰਧ ਤੇਜ਼ੀ ਨਾਲ ਵਿਗੜ ਰਹੇ ਸਨ। ਲੌਰੀ ਪਹਿਲਾਂ ਇੱਕ ਸ਼ਾਂਤ ਤੇ ਚੰਗੀ ਬੱਚੀ ਹੋਇਆ ਕਰਦੀ ਸੀ, ਪਰੰਤੂ ਹੁਣ ਉਹ ਚਿੜਚਿੜੀ ਅਤੇ ਅਸਹਿਯੋਗੀ ਟੀਨੇਜਰ ਵਿੱਚ ਬਦਲ ਚੁੱਕੀ ਸੀ। ਬਾਰਬਰਾ ਨੇ ਉਸ ਨੂੰ ਡਾਂਟਿਆ, ਧਮਕਾਇਆ, ਸਮਝਾਇਆ, ਪਰੰਤੂ ਕੋਈ ਫਾਇਦਾ ਨਹੀਂ ਹੋਇਆ। ਮਿਸਿਸ ਵਿਲਸਨ ਨੇ ਕਲਾਸ ਨੂੰ ਦੱਸਿਆ, ਇੱਕ ਦਿਨ ਮੈਂ ਹਾਰ ਮੰਨ ਲਈ। ਲੌਰੀ ਨੂੰ ਮੈਂ ਬਾਹਰ ਜਾਣ ਲਈ ਮਨਾ ਕੀਤਾ, ਪਰੰਤੂ ਉਸਨੇ ਮੇਰਾ ਕਹਿਣਾ ਨਹੀਂ ਮੰਨਿਆ ਤੇ ਉਹ ਘਰ ਦਾ ਕੰਮ ਕਰਨ ਤੋਂ ਪਹਿਲਾਂ ਆਪਣੀ ਸਹੇਲੀ ਨੂੰ ਮਿਲਣ ਲਈ ਚਲੀ ਗਈ। ਜਦੋਂ ਉਹ ਮੁੜੀ ਤਾਂ ਮੈਂ ਹੱਦ ਤੋਂ ਵੱਧ ਵਾਰ ਉਸ ਉੱਤੇ ਚੀਕਣਾ ਚਾਹੁੰਦੀ ਸੀ, ਪਰੰਤੂ ਮੇਰੇ ਅੰਦਰ ਡਾਂਟਣ ਦੀ ਤਾਕਤ ਨਹੀਂ ਸੀ ਬਚੀ। ਮੈਂ ਉਸ ਵੱਲ ਦੁਖੀ ਮਨ ਨਾਲ ਦੇਖਿਆ ਤੇ ਸਿਰਫ ਇੰਨਾ ਕਿਹਾ, ਕਿਉਂ ਲਾਰੀ, ਇਸ ਤਰ੍ਹਾਂ ਕਿਉਂ? ਲੌਰੀ ਨੇ ਮੇਰੀ ਸਥਿਤੀ ਦੇਖੀ। ਮੈਨੂੰ ਸ਼ਾਂਤ ਆਵਾਜ਼ ਵਿੱਚ ਪੁੱਛਿਆ, ਕੀ ਤੁਸੀਂ ਸੱਚਮੁੱਚ ਜਾਣਨਾ ਚਾਹੁੰਦੇ ਹੋ? ਮੈਂ ਹਾਂ ਵਿੱਚ ਸਿਰਾ ਲਾਇਆ। ਇਸ ਤੋਂ ਬਾਅਦ ਲਾਰੀ ਨੇ ਪਹਿਲਾਂ ਤੋਂ ਝਿਜਕਦੇ ਹੋਇਆਂ ਆਪਣੀ ਗੱਲ ਸ਼ੁਰੂ ਕੀਤੀ, ਪਰੰਤੂ ਕੁਝ ਹੀ ਦੇਰ ਅੰਦਰ ਉਸਦੇ ਮਨ ਦਾ ਸਾਰਾ ਗੁਬਾਰ ਨਿਕਲ ਆਇਆ। ਮੈਂ ਉਸ ਦੀਆਂ ਗੱਲਾਂ ਕਦੇ ਨਹੀਂ ਸਨ ਸੁਣੀਆਂ। ਜਦੋਂ ਮੈਨੂੰ ਆਪਣੇ ਵਿਚਾਰ ਅਤੇ ਭਾਵਨਾਵਾਂ ਦੱਸਣਾ ਚਾਹੁੰਦੀ ਸੀ, ਉਦੋਂ ਮੈਂ ਉਸ ਦੇ ਆਦੇਸ਼ ਨੂੰ ਦੇ ਕੇ ਚੁੱਪ ਕਰਾ ਦਿੰਦੀ ਸੀ। ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਮੇਰੀ ਬੇਟੀ ਚਾਹੁੰਦੀ ਸੀ ਕਿ ਮੈਂ ਇੱਕ ਵਾਰ ਦੋਸਤ ਵਾਂਗ ਵਿਵਹਾਰ ਕਰਾਂ, ਜਦੋਂ ਕਿ ਮੈਂ ਡਾਂਟਣ ਵਾਲੀ ਮਾਂ ਦਾ ਕਿਰਦਾਰ ਨਿਭਾ ਰਹੀ ਸੀ। ਉਹ ਮੇਰੇ ਨਾਲ ਕਿਸ਼ੋਰ ਅਵਸਥਾ ਦੇ ਤਣਾਅ ਨੂੰ ਵੰਡਣਾ ਚਾਹੁੰਦੀ ਸੀ। ਮੈਂ ਹਮੇਸ਼ਾ ਉਸ ਦੇ ਸਾਹਮਣੇ ਬੋਲਦੀ ਰਹਿੰਦੀ ਸੀ, ਜਦੋਂ ਕਿ ਮੈਨੂੰ ਉਸ ਦੀਆਂ ਗੱਲਾਂ ਧਿਆਨ ਨਾਲ ਸੁਣਨੀਆਂ ਚਾਹੀਦੀਆਂ ਸਨ। ਮੈਂ ਉਸ ਦੀਆਂ ਗੱਲਾਂ ਸੁਣਨ ਵੱਲ ਕਦੇ ਧਿਆਨ ਨਹੀਂ ਸੀ ਦਿੱਤਾ। ਉਸ ਦਿਨ ਤੋਂ ਬਾਅਦ ਮੈਂ ਉਸ ਦੀਆਂ ਗੱਲਾਂ ਸੁਣਨੀਆਂ ਸ਼ੁਰੂ ਕਰ ਦਿੱਤੀਆਂ। ਹੁਣ ਉਹ ਮੈਨੂੰ ਦੱਸ ਦਿੰਦੀ ਹੈ ਕਿ ਉਸ ਦੇ ਦਿਲੋਂ ਦਿਮਾਗ ਵਿੱਚ ਕੀ ਚੱਲ ਰਿਹਾ ਹੈ ਤੇ ਹੁਣ ਸਾਡੇ ਸਬੰਧ ਬੜੇ ਚੰਗੇ ਹਨ। ਹੁਣ ਉਹ ਫੇਰ ਤੋਂ ਸੁਧਰ ਗਈ ਹੈ। ਨਿਊਯਾਰਕ ਦੇ ਇੱਕ ਅਖਬਾਰ ਫਾਈਨੈਂਸ਼ੀਅਲ ਪੇਜ ਉੱਤੇ ਇੱਕ ਬੜਾ ਵੱਡਾ ਵਿਗਿਆਪਨ ਛਪਿਆ, ਜਿਸ ਵਿੱਚ ਨੌਕਰੀ ਲਈ ਬਹੁਤ ਹੀ ਕਾਬਲ ਅਤੇ ਅਨੁਭਵੀ ਉਮੀਦਵਾਰ ਮੰਗਿਆ ਗਿਆ ਸੀ। ਚਾਰਲਸ ਟੀ ਕਿਊਬਲਸ ਨੇ ਦਿੱਤੇ ਗਏ ਬਾਕਸ ਨੰਬਰ ਤੇ ਆਪਣੀ ਦਰਖਾਸਤ ਭਜਵਾ ਦਿੱਤੀ। ਕੁਝ ਦਿਨਾਂ ਬਾਅਦ ਉਸ ਨੂੰ ਇੰਟਰਵਿਊ ਲਈ ਬੁਲਾਇਆ ਗਿਆ। ਜਾਣ ਤੋਂ ਪਹਿਲਾਂ ਉਸਨੇ ਉਸ ਕੰਪਨੀ
ਅਤੇ ਉਸਦੇ ਮਾਲਕ ਬਾਰੇ ਵਾਲ ਸਟਰੀਟ ਤੋਂ ਹਰ ਸੰਭਵ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ। ਇੰਟਰਵਿਊ ਦੌਰਾਨ ਉਸਨੇ ਕਿਹਾ, ਤੁਹਾਡੀ ਕੰਪਨੀ ਦਾ ਰਿਕਾਰਡ ਇੰਨਾ ਵਧੀਆ ਹੈ ਕਿ ਇਸ ਨਾਲ ਜੁੜ ਕੇ ਮੈਨੂੰ ਮਾਣ ਹੋਵੇਗਾ। ਮੇਰੇ ਖਿਆਲ ਨਾਲ ਤੁਸੀਂ 28 ਸਾਲ ਪਹਿਲੇ ਸਿਰਫ ਇੱਕ ਡੈਸਕ ਰੂਮ ਤੇ ਇੱਕ ਸਟੈਨੋਗ੍ਰਾਫਰ ਨਾਲ ਆਪਣਾ ਬਿਜ਼ਨਸ ਸ਼ੁਰੂ ਕੀਤਾ ਸੀ। ਕੀ ਇਹ ਠੀਕ ਹੈ? ਹਰ ਸਫਲ ਵਿਅਕਤੀ ਨੂੰ ਆਪਣੇ ਸ਼ੁਰੂਆਤੀ ਸੰਘਰਸ਼ਾਂ ਬਾਰੇ ਗੱਲ ਕਰਨਾ ਚੰਗਾ ਲੱਗਦਾ ਹੈ। ਇਹ ਵਿਅਕਤੀ ਵੀ ਇਸ ਦਾ ਬਦਲ ਨਹੀਂ ਸੀ। ਉਸਨੇ ਲੰਮੇ ਸਮੇਂ ਤੱਕ ਆਪਣੀ ਕਹਾਣੀ ਸੁਣਾਈ ਕਿ ਕਿਵੇਂ ਉਸਨੇ $450 ਅਤੇ ਇੱਕ ਸੁਪਨੇ ਨਾਲ ਆਪਣਾ ਬਿਜ਼ਨਸ ਯਾਤਰਾ ਆਰੰਭ ਕੀਤੀ। ਉਸਨੇ ਦੱਸਿਆ ਕਿ ਆਲੋਚਨਾ, ਮਖੌਲ ਅਤੇ ਨਿਰਾਸ਼ਾ ਦੇ ਬਾਵਜੂਦ ਉਸਨੇ ਹਿੰਮਤ ਨਹੀਂ ਸੀ ਹਾਰੀ। ਸ਼ੁਰੂ ਵਿੱਚ ਤਾਂ ਉਸਨੂੰ ਇੱਕ ਦਿਨ ਵਿੱਚ 16 ਘੰਟੇ ਤੱਕ ਕੰਮ ਕਰਨਾ ਪੈਂਦਾ ਸੀ ਤੇ ਉਹ ਐਤਵਾਰ ਦੀਆਂ ਛੁੱਟੀਆਂ ਵਾਲੇ ਦਿਨ ਵੀ ਕੰਮ ਕਰਦਾ ਸੀ। ਆਖਰਕਾਰ ਉਸਨੇ ਕਿਲਾ ਫਤਿਹ ਕਰ ਲਿਆ ਤੇ ਉਹ ਇਸ ਸਥਿਤੀ ਵਿੱਚ ਪੁੱਜ ਗਿਆ ਹੈ ਕਿ ਵਾਲ ਸਟਰੀਟ ਤੇ ਸਭ ਤੋਂ ਮਹੱਤਵਪੂਰਨ ਐਗਜ਼ੀਕਿਊਟਿਵਜ਼ ਵੀ ਉਸ ਨਾਲ ਸਲਾਹ ਅਤੇ ਮਾਰਗਦਰਸ਼ਨ ਲੈਣ ਲਈ ਆਉਂਦੇ ਹਨ। ਉਸਨੂੰ ਆਪਣੇ ਰਿਕਾਰਡ ਉੱਪਰ ਮਾਣ ਸੀ। ਉਸਨੂੰ ਹੋਣਾ ਹੀ ਚਾਹੀਦਾ ਸੀ ਤੇ ਇਸ ਬਾਰੇ ਦੱਸਣਾ ਉਸਨੂੰ ਚੰਗਾ ਲੱਗਿਆ। ਆਪਣੀ ਕਹਾਣੀ ਸੁਣਾਉਣ ਤੋਂ ਬਾਅਦ ਉਸਨੇ ਆਖਰ ਕਿਊਬਲਸ ਤੋਂ ਸੰਖੇਪ ਵਿੱਚ ਉਸਦੇ ਅਨੁਭਵ ਬਾਰੇ ਪੁੱਛਿਆ ਤੇ ਆਪਣੇ ਵਾਈਸ ਪ੍ਰੈਜ਼ੀਡੈਂਟ ਨੂੰ ਬੁਲਾ ਕੇ ਕਿਹਾ, ਮੈਨੂੰ ਲੱਗਦਾ ਹੈ ਕਿ ਸਾਨੂੰ ਇਸੇ ਆਦਮੀ ਦੀ ਤਲਾਸ਼। ਮਿਸਟਰ ਕਿਊਬੈਲਿਸ ਨੇ ਆਪਣੇ ਸੰਭਾਵਿਤ ਮਾਲਕ ਬਾਰੇ ਸਾਰੀ ਜਾਣਕਾਰੀ ਹਾਸਲ ਕਰਨ ਦੀ ਤਕਲੀਫ ਚੁੱਕੀ ਸੀ। ਉਸਨੇ ਸਾਹਮਣੇ ਵਾਲੇ ਵਿਅਕਤੀ ਅਤੇ ਉਸ ਦੀਆਂ ਸਮੱਸਿਆਵਾਂ ਵਿੱਚ ਰੁਚੀ ਲਈ ਸੀ। ਉਸਨੇ ਸਾਹਮਣੇ ਵਾਲੇ ਵਿਅਕਤੀ ਨੂੰ ਬੋਲਣ ਲਈ ਉਤਸ਼ਾਹਿਤ ਕੀਤਾ ਅਤੇ ਇਸੇ ਕਾਰਨ ਉਸ ਦਾ ਚੰਗਾ ਪ੍ਰਭਾਵ ਪਿਆ। ਉਸਨੂੰ ਅਨੁਕੂਲ ਨਤੀਜਾ ਮਿਲਿਆ। ਸੈਂਕਰੇਮੈਂਟੋ ਕੈਲੀਫੋਰਨੀਆ ਦੇ ਰੌਈ ਬ੍ਰੈਡੇਲੇ ਨਾਲ ਇਸ ਤੋਂ ਵਿਪਰੀਤ ਸਮੱਸਿਆ ਸੀ। ਜਦੋਂ ਇੱਕ ਸੰਭਾਵਿਤ ਚੰਗਾ ਕਰਮਚਾਰੀ ਬ੍ਰੈਡੇਲੇ ਦੀ ਫਰਮ ਵਿੱਚ ਨੌਕਰੀ ਲਈ ਆਪਣੀ ਗੱਲ ਕਹਿ ਰਿਹਾ ਸੀ ਤਾਂ ਉਸਨੇ ਉਸਦੀ ਗੱਲ ਸੁਣੀ। ਰੌ ਨੇ ਸਾਨੂੰ ਦੱਸਿਆ, ਸਾਡੀ ਫਰਮ ਇੱਕ ਛੋਟੀ ਬ੍ਰੋਕਰੇਜ ਫਰਮ ਸੀ, ਇਸ ਲਈ ਸਾਡੇ ਕਈ ਹੋਰ ਫਾਇਦੇ ਜਿਵੇਂ ਮੈਡੀਕਲ ਇੰਸ਼ੋਰੈਂਸਿਸ, ਪੈਨਸ਼ਨ ਜਾਂ ਹਸਪਤਾਲ ਦੇ ਖਰਚ ਚੁੱਕਣ ਦਾ ਕੋਈ ਪ੍ਰਬੰਧ ਨਹੀਂ ਸੀ। ਹਰ ਪ੍ਰਤੀਨਿਧੀ ਇੱਕ ਸੁਤੰਤਰ ਏਜੰਟ ਸੀ। ਅਸੀਂ ਸੰਭਾਵਿਤ ਗਾਹਕਾਂ ਨੂੰ ਵੀ ਲੀਡ ਵੀ ਉਪਲਬਧ ਨਹੀਂ ਸੀ ਕਰਾਉਂਦੇ ਕਿਉਂਕਿ ਅਸੀਂ ਉਹਨਾਂ ਲਈ ਵਿਗਿਆਪਨ ਨਹੀਂ ਸੀ ਦੇ ਸਕਦੇ ਜਿਵੇਂ ਕਿ ਸਾਡੇ ਵੱਡੇ ਵਿਰੋਧੀ ਕਰਿਆ ਕਰਦੇ ਸਨ। ਰਿਚਰਡ ਪ੍ਰਾਇਰ ਨੂੰ ਉਸ ਤਰ੍ਹਾਂ ਦਾ ਅਨੁਭਵ ਸੀ ਜਿਹੜਾ ਅਸੀਂ ਚਾਹੁੰਦੇ ਸੀ। ਪਹਿਲਾਂ ਮੇਰੇ ਅਸਿਸਟੈਂਟ ਨੇ ਉਸ ਦਾ ਇੰਟਰਵਿਊ ਲਿਆ ਸੀ। ਉਸ ਨੂੰ ਸਾਡੇ ਕੰਮ ਨਾਲ ਜੁੜੀਆਂ ਸਾਰੀਆਂ ਨੈਗੇਟਿਵ ਗੱਲਾਂ ਦੱਸੀਆਂ। ਜਦੋਂ ਮੇਰੇ ਆਫਿਸ ਵਿੱਚ ਆਇਆ ਤਾਂ ਉਹ ਥੋੜ੍ਹਾ ਨਿਰਾਸ਼ ਦਿਖ ਰਿਹਾ ਸੀ। ਮੈਂ ਉਸ ਨੂੰ ਆਪਣੀ ਫਰਮ ਵਿੱਚ ਜੁੜਨ ਦਾ ਇਕੱਲਾ ਫਾਇਦਾ ਦੱਸਿਆ ਕਿ ਉਹ ਇੱਕ ਸੁਤੰਤਰ ਕੰਟਰੈਕਟਰ ਬਣ ਸਕਦਾ ਸੀ ਤੇ ਇਸ ਲਈ ਇੱਕ ਤਰ੍ਹਾਂ ਨਾਲ ਸੈਲਫ ਇੰਪਲੋਇਡ ਸੀ। ਜਦੋਂ ਇੰਟਰਵਿਊ ਲਈ ਆਇਆ ਤਾਂ ਉਸਦੇ ਦਿਮਾਗ ਵਿੱਚ ਬਹੁਤ ਸਾਰੀਆਂ ਨੈਗੇਟਿਵ ਗੱਲਾਂ ਸੀ, ਪਰੰਤੂ ਜਦੋਂ ਉਸਨੇ ਇੰਨੀਆਂ ਫਾਇਦਿਆਂ ਬਾਰੇ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਤਾਂ ਉਹ ਇੱਕ ਕਰਕੇ ਆਪਣੇ ਨੈਗੇਟਿਵ ਵਿਚਾਰਾਂ ਤੋਂ ਮੁਕਤ ਹੋਣ ਲੱਗਿਆ। ਕਈ ਵਾਰੀ ਇਸ ਤਰ੍ਹਾਂ ਲੱਗਿਆ ਜਿਵੇਂ ਆਪਣੇ ਬਾਰੇ ਗੱਲ ਕਰ ਰਿਹਾ ਸੀ, ਜਿਵੇਂ ਉਹ ਆਪਣੇ ਮਨ ਵਿੱਚ ਵਿਚਾਰ ਕਰ ਰਿਹਾ ਸੀ। ਕਈ ਵਾਰ ਮੇਰੇ ਮਨ ਵਿੱਚ ਆਇਆ ਕਿ ਮੈਂ ਉਸਦੇ ਵਿਚਾਰਾਂ ਨੂੰ ਸਪਸ਼ਟ ਕਰ ਦਿਆਂ, ਪਰੰਤੂ ਮੈਂ ਇਸ ਤਰ੍ਹਾਂ ਨਹੀਂ ਕੀਤਾ। ਜਦੋਂ ਇੰਟਰਵਿਊ ਖਤਮ ਹੋਇਆ ਤੇ ਮੈਨੂੰ ਲੱਗਿਆ ਉਸਨੇ ਆਪਣੇ ਆਪ ਨੂੰ ਇਹ ਵਿਸ਼ਵਾਸ ਦਿਵਾ ਦਿੱਤਾ ਸੀ ਕਿ ਉਹ ਸਾਡੀ ਫਰਮ ਲਈ ਕੰਮ ਕਰਨਾ ਚਾਹੇਗਾ ਕਿਉਂਕਿ ਮੈਂ ਇੱਕ ਚੰਗਾ ਸਰੋਤਾ ਸੀ ਤੇ ਮੈਂ ਉਸ ਨੂੰ ਹੀ ਬੋਲਣ ਦਾ ਜ਼ਿਆਦਾ ਮੌਕਾ ਦਿੱਤਾ। ਇਸ ਲਈ ਉਸਨੇ ਆਪਣੇ ਦਿਮਾਗ ਵਿੱਚ ਦੋਵੇਂ ਪਹਿਲੂਆਂ ਨੂੰ ਚੰਗੀ ਤਰ੍ਹਾਂ ਤੋਲ ਲਿਆ ਤੇ ਉਹ ਪੋਜ਼ਿਟਿਵ ਨਤੀਜੇ ਉੱਤੇ ਪਹੁੰਚ ਗਿਆ ਜਿਸ ਨੂੰ ਉਸਨੇ ਆਪਣੇ ਲਈ ਇੱਕ ਵੱਡੀ ਚੁਣੌਤੀ ਵਾਂਗ ਲਿਆ। ਅਸੀਂ ਉਸ ਨੂੰ ਕੰਮ ਉੱਪਰ ਰੱਖ ਲਿਆ ਤੇ ਅੱਜ ਵੀ ਉਹ ਸਾਡੇ ਫਰਮ ਦੇ ਬਿਹਤਰੀਨ ਪ੍ਰਤੀਨਿਧੀਆਂ ਵਿੱਚੋਂ ਇੱਕ ਹੈ। ਇੱਥੋਂ ਤੱਕ ਕਿ ਸਾਡੇ ਦੋਸਤ ਵੀ ਸਾਡੀਆਂ ਪ੍ਰਾਪਤੀਆਂ ਬਾਰੇ ਸੁਣਨ ਦੀ ਬਜਾਏ ਆਪਣੀਆਂ ਪ੍ਰਾਪਤੀਆਂ ਬਾਰੇ ਸੁਣਾਉਣਾ ਜ਼ਿਆਦਾ ਪਸੰਦ ਕਰਨਗੇ। ਫਰਾਂਸੀਸੀ ਦਾਰਸ਼ਨਿਕ ਲਾ ਰੂਸ਼ਫੁਕੋ ਨੇ ਕਿਹਾ ਸੀ, ਜੇਕਰ ਤੁਸੀਂ ਵੈਰੀ ਜਾਂ ਦੁਸ਼ਮਣ ਬਣਾਉਣਾ ਚਾਹੁੰਦੇ ਹੋ ਤਾਂ ਆਪਣੇ ਦੋਸਤਾਂ ਤੋਂ ਅੱਗੇ ਨਿਕਲ ਜਾਓ। ਜੇਕਰ ਤੁਸੀਂ ਦੋਸਤ ਬਣਾਉਣਾ ਚਾਹੁੰਦੇ ਹੋ ਤਾਂ ਆਪਣੇ ਦੋਸਤਾਂ ਨੂੰ ਆਪਣੇ ਆਪ ਕੋਲੋਂ ਅੱਗੇ ਨਿਕਲ ਜਾਣ ਦਿਓ। ਕੀ ਇਹ ਸੱਚ ਹੈ? ਹਾਂ, ਕਿਉਂਕਿ ਜੇਕਰ ਤੁਹਾਡੇ ਦੋਸਤ ਤੁਹਾਡੇ ਕੋਲੋਂ ਅੱਗੇ ਨਿਕਲ ਜਾਂਦੇ ਹਨ ਤਾਂ ਉਹ ਖੁਦ ਨੂੰ ਮਹੱਤਵਪੂਰਨ ਸਮਝਦੇ ਹਨ, ਪਰੰਤੂ ਜਦੋਂ ਤੁਸੀਂ ਉਹਨਾਂ ਤੋਂ ਅੱਗੇ ਨਿਕਲ ਜਾਂਦੇ ਹੋ ਤਾਂ ਘੱਟੋ ਘੱਟ ਉਹਨਾਂ ਵਿੱਚੋਂ ਕੁਝ ਹੀਣੇ ਅਤੇ ਈਰਖਾਲੂ ਮਹਿਸੂਸ ਕਰ ਸਕਦੇ ਹਨ। ਨਿਊਯਾਰਕ ਸਿਟੀ ਅੰਦਰ ਮਿਡਟਾਊਨ ਪਰਸਨਲ ਏਜੰਸੀ ਦੀ ਹੈਨਰੀਟਾ ਜੀ ਸਭ ਤੋਂ ਪ੍ਰਸਿੱਧ ਪਲੇਸਮੈਂਟ ਕਾਉਂਸਲਰ ਸੀ। ਇਹੋ ਜਿਹਾ ਹਮੇਸ਼ਾ ਨਹੀਂ ਸੀ। ਏਜੰਸੀ ਵਿੱਚ ਆਉਣ ਦੇ ਸ਼ੁਰੂਆਤੀ ਮਹੀਨਿਆਂ ਵਿੱਚ ਹੈਨਰੀਟਾ ਦਾ ਆਪਣੇ ਸਹਿਕਰਮੀਆਂ ਅੰਦਰ ਕੋਈ ਦੋਸਤ ਨਹੀਂ ਸੀ। ਕਿਉਂਕਿ ਹਰ ਦਿਨ ਉਹ ਆਪਣੀ ਸ਼ੇਖੀ ਵਿਗਾੜਦੀ ਸੀ। ਅੱਜ ਉਸਨੇ ਕਿੰਨੇ ਪਲੇਸਮੈਂਟ ਕੀਤੇ, ਅੱਜ ਉਸਨੇ ਕਿੰਨੇ ਨਵੇਂ ਅਕਾਊਂਟ ਖੋਲ੍ਹੇ ਤੇ ਅੱਜ ਉਸਨੇ ਕਿੰਨੀਆਂ ਪ੍ਰਾਪਤੀਆਂ ਹਾਸਲ ਕੀਤੀਆਂ। ਮੈਂ ਆਪਣੇ ਕੰਮ ਨੂੰ ਚੰਗੀ ਤਰ੍ਹਾਂ ਨਾਲ ਕਰਦੀ ਸੀ ਤੇ ਮੈਨੂੰ ਇਸ ਉੱਪਰ ਮਾਣ ਵੀ ਸੀ, ਹੈਨਰੀਟਾ ਨੇ ਸਾਡੀ ਕਲਾਸ ਨੂੰ ਦੱਸਿਆ। ਪਰੰਤੂ ਮੇਰੇ ਸਹਿਕਰਮੀ ਮੇਰੀ ਸਫਲਤਾਵਾਂ ਵਿੱਚ ਹਿੱਸਾ ਲੈਣ ਦੀ ਬਜਾਏ ਉਹਨਾਂ ਨਾਲ ਚਿੜ ਜਾਂਦੇ ਸਨ। ਮੈਂ ਚਾਹੁੰਦੀ ਸੀ ਕਿ ਮੇਰੇ ਸਹਿਕਰਮੀ ਮੈਨੂੰ ਪਸੰਦ ਕਰਨ। ਮੈਂ ਉਹਨਾਂ ਨੂੰ ਸੱਚਮੁੱਚ ਆਪਣਾ ਦੋਸਤ ਬਣਾਉਣਾ ਚਾਹੁੰਦੀ ਸੀ। ਇਸ ਕੋਰਸ ਦੇ ਕੁਝ ਸੁਝਾਵਾਂ ਨੂੰ ਸੁਣਨ ਤੋਂ ਬਾਅਦ ਮੈਂ ਆਪਣੇ ਆਪ ਬਾਰੇ ਬੋਲਣਾ ਘੱਟ ਕਰ ਦਿੱਤਾ। ਮੇਰੇ ਸਹਿਕਰਮੀਆਂ ਕੋਲ ਆਪਣੀ ਸ਼ੇਖੀ ਵਿਗਾੜਨ ਲਈ ਕਾਫੀ ਕੁਝ ਰਹਿੰਦਾ ਸੀ ਤੇ ਮੇਰੀਆਂ ਸਫਲਤਾਵਾਂ ਨੂੰ ਸੁਣਨ ਦੀ ਬਜਾਏ ਉਹ ਆਪਣੀਆਂ ਸਫਲਤਾਵਾਂ ਬਾਰੇ ਸੁਣਾਉਣ ਦੇ ਚਾਹਵਾਨ ਰਹਿੰਦੇ ਸਨ।
ਹੁਣ ਜਦੋਂ ਵੀ ਸਾਡੇ ਕੋਲੇ ਗੱਲਬਾਤ ਦਾ ਸਮਾਂ ਹੁੰਦਾ ਤੇ ਮੈਂ ਉਹਨਾਂ ਨੂੰ ਪੁੱਛਦੀ ਹਾਂ ਕਿ ਉਹਨਾਂ ਦਾ ਦਿਨ ਕਿਹੋ ਜਿਹਾ ਰਿਹਾ, ਅਤੇ ਮੈਂ ਆਪਣੀਆਂ ਪ੍ਰਾਪਤੀਆਂ ਦਾ ਜ਼ਿਕਰ ਉਦੋਂ ਹੀ ਕਰਦੀ ਹਾਂ ਜਦੋਂ ਮੈਨੂੰ ਉਹ ਉਸ ਬਾਰੇ ਪੁੱਛਦੇ ਹਨ। ਸਿਧਾਂਤ 6ਵਾਂ, ਸਾਹਮਣੇ ਵਾਲੇ ਵਿਅਕਤੀ ਨੂੰ ਜ਼ਿਆਦਾ ਗੱਲਾਂ ਕਰਨ ਦਿਓ। ਅਗਲਾ ਚੈਪਟਰ, ਸਹਿਯੋਗ ਕਿਵੇਂ ਹਾਸਲ ਕੀਤਾ ਜਾਵੇ। ਦੂਜੇ ਵਿਅਕਤੀਆਂ ਦੇ ਵਿਚਾਰਾਂ ਦੀ ਬਜਾਏ ਸਾਨੂੰ ਸਾਰਿਆਂ ਨੂੰ ਆਪਣੇ ਵਿਚਾਰਾਂ ਉੱਤੇ ਜ਼ਿਆਦਾ ਵਿਸ਼ਵਾਸ ਹੁੰਦਾ, ਇਸ ਲਈ ਇਸ ਵਿੱਚ ਸਿਆਣਪ ਨਹੀਂ ਹੈ ਅਸੀਂ ਆਪਣੇ ਵਿਚਾਰਾਂ ਨੂੰ ਦੂਜਿਆਂ ਦੇ ਗਲੇ ਤੋਂ ਹੇਠਾਂ ਉਤਾਰਨ ਲਈ ਆਪਣਾ ਸਾਰਾ ਜ਼ੋਰ ਲਾ ਦਈਏ। ਇਸ ਦੀ ਬਜਾਏ ਇਹ ਬਿਹਤਰ ਨਹੀਂ ਹੋਵੇਗਾ ਕਿ ਅਸੀਂ ਸਿਰਫ ਸੁਝਾਅ ਦਈਏ ਅਤੇ ਸਾਹਮਣੇ ਵਾਲੇ ਵਿਅਕਤੀ ਨੂੰ ਨਤੀਜਾ ਸੋਚਣ ਦਾ ਸਮਾਂ। ਫਿਲਾਡੈਲਫੀਆ ਦੇ ਐਡਲਜ਼ ਸੈਟਲਜ਼ ਇੱਕ ਆਟੋਮੋਬਾਈਲ ਸ਼ੋਰੂਮ ਦੇ ਸੇਲਜ਼ ਮੈਨੇਜਰ ਹਨ ਤੇ ਮੇਰੇ ਕੋਰਸ ਦੇ ਇੱਕ ਵਿਦਿਆਰਥੀ। ਉਹਨਾਂ ਸਾਹਮਣੇ ਇੱਕ ਸਮੱਸਿਆ ਆ ਗਈ ਕਿ ਉਹਨਾਂ ਨੂੰ ਹਤਾਸ਼ ਅਤੇ ਬਿਖਰੇ ਹੋਏ ਆਟੋਮੋਬਾਈਲ ਸੇਲਜ਼ਮੈਨਾਂ ਦੇ ਸਮੂਹ ਵਿੱਚ ਉਤਸ਼ਾਹ ਫੂਕਣਾ ਪਿਆ। ਉਹਨਾਂ ਨੇ ਸੇਲਜ਼ ਮੀਟਿੰਗ ਬੁਲਾਈ ਅਤੇ ਸੇਲਜ਼ਮੈਨਾਂ ਨੂੰ ਪੁੱਛਿਆ ਕਿ ਉਹ ਕੰਪਨੀ ਤੋਂ ਕੀ ਚਾਹੁੰਦੇ ਹਨ। ਉਹਨਾਂ ਦੇ ਵਿਚਾਰ ਸੁਣਨ ਵੇਲੇ ਉਹਨਾਂ ਨੇ ਸੁਝਾਵਾਂ ਨੂੰ ਬਲੈਕਬੋਰਡ ਉੱਤੇ ਲਿਖ ਲਿਆ। ਇਸ ਤੋਂ ਬਾਅਦ ਉਹਨਾਂ ਨੂੰ ਕਿਹਾ, ਤੁਸੀਂ ਮੇਰੇ ਕੋਲੋਂ ਜੋ ਚਾਹੁੰਦੇ ਹੋ ਉਹ ਸਾਰਾ ਕੁਝ ਤੁਹਾਨੂੰ ਮਿਲੇਗਾ। ਹੁਣ ਮੈਂ ਤੁਹਾਡੇ ਕੋਲੋਂ ਇਹ ਜਾਣਨਾ ਚਾਹੁੰਦਾ ਕਿ ਮੈਨੂੰ ਤੁਹਾਡੇ ਨਾਲ ਕਿਹੜੀਆਂ ਆਸਾਂ ਰੱਖਣੀਆਂ ਚਾਹੀਦੀਆਂ ਨੇ। ਜਵਾਬ ਛੇਤੀ ਅਤੇ ਤੇਜ਼ੀ ਨਾਲ ਆਏ। ਵਫਾਦਾਰੀ, ਇਮਾਨਦਾਰੀ, ਟੀਮ ਵਰਕ, ਹਰ 8 ਦਿਨ ਘੰਟੇ ਮਨ ਲਗਾ ਕੇ ਕੰਮ ਕਰਨਾ, ਉਤਸ਼ਾਹ, ਜੋਸ਼ ਆਦਿ। ਮੀਟਿੰਗ ਇੱਕ ਨਵੀਂ ਪ੍ਰੇਰਨਾ, ਇੱਕ ਨਵੀਂ ਆਸ ਨਾਲ ਖਤਮ ਹੋਈ। ਇੱਕ ਸੇਲਜ਼ਮੈਨ ਨੇ ਤਾਂ 14 ਘੰਟੇ ਰੋਜ਼ ਕੰਮ ਕਰਨ ਦਾ ਵਾਅਦਾ ਕੀਤਾ ਅਤੇ ਮਿਸਟਰ ਸੈਲਟਜ਼ ਨੇ ਮੈਨੂੰ ਦੱਸਿਆ ਕਿ ਇਸ ਮੀਟਿੰਗ ਤੋਂ ਬਾਅਦ ਉਹਨਾਂ ਦੀ ਕੰਪਨੀ ਦੀ ਵਿਕਰੀ ਬਹੁਤ ਵੱਧ ਗਈ। ਮਿਸਟਰ ਸੈਲਟਜ਼ ਦੱਸਦੇ ਹਨ, ਇਹਨਾਂ ਲੋਕਾਂ ਨੇ ਮੇਰੇ ਨਾਲ ਇੱਕ ਤਰ੍ਹਾਂ ਦਾ ਸਮਝੌਤਾ ਕੀਤਾ ਸੀ, ਜਦੋਂ ਤੱਕ ਮੈਂ ਆਪਣੇ ਵੱਲੋਂ ਵਾਅਦੇ ਉੱਪਰ ਕਾਇਮ ਰਹਾਂਗਾ ਇਹਨਾਂ ਲੋਕਾਂ ਨੂੰ ਵੀ ਆਪਣੇ ਵਾਅਦੇ ਉੱਪਰ ਕਾਇਮ ਰਹਿਣਾ ਪਵੇਗਾ। ਉਹਨਾਂ ਦੀਆਂ ਆਸ਼ਾਵਾਂ ਨੂੰ ਪੁੱਛਣਾ ਉਹ ਜਾਦੂਈ ਤਰੀਕਾ ਸੀ ਜਿਸ ਨੇ ਕਮਾਲ ਕਰ ਦਿੱਤਾ। ਕੋਈ ਵੀ ਇਸ ਗੱਲ ਨੂੰ ਪਸੰਦ ਨਹੀਂ ਕਰਦਾ ਕਿ ਉਸ ਨੂੰ ਕੁਝ ਵੇਚਿਆ ਜਾਵੇ ਜਾਂ ਉਸ ਨੂੰ ਕੁਝ ਸਮਝਾਇਆ ਜਾਵੇ। ਅਸੀਂ ਸਾਰੇ ਇਸ ਗੱਲ ਨੂੰ ਪਸੰਦ ਕਰਦੇ ਹਾਂ ਕਿ ਅਸੀਂ ਆਪ ਕੋਈ ਗੱਲ ਸੋਚੀਏ ਜਾਂ ਆਪਣੇ ਮਨੋਂ ਕੋਈ ਖਰੀਦਣ ਦਾ ਫੈਸਲਾ ਕਰੀਏ। ਸਾਨੂੰ ਆਪਣੀਆਂ ਇੱਛਾਵਾਂ, ਆਪਣੇ ਵਿਚਾਰਾਂ ਦੇ ਹਿਸਾਬ ਨਾਲ ਕੰਮ ਕਰਨਾ ਜ਼ਿਆਦਾ ਚੰਗਾ ਲੱਗਦਾ ਹੈ। ਯੂਜੀਨ ਵੇਸਨ ਦੀ ਮਿਸਾਲ ਲਓ। ਉਹਨਾਂ ਨੇ ਇਹ ਸੱਚਾਈ ਜਾਣਨ ਤੋਂ ਪਹਿਲਾਂ ਹਜ਼ਾਰਾਂ ਡਾਲਰ ਦਾ ਕਮਿਸ਼ਨ ਗਵਾ ਦਿੱਤਾ ਸੀ। ਮਿਸਟਰ ਵੈਸਨ ਸਟਾਈਲਿਸ ਅਤੇ ਟੈਕਸਟਾਈਲ ਨਿਰਮਾਤਾਵਾਂ ਨੂੰ ਸਕੈਚ ਵੇਚਿਆ ਕਰਦੇ ਸਨ। ਮਿਸਟਰ ਵੈਸਨ 3 ਸਾਲ ਤੋਂ ਹਰ ਹਫ਼ਤੇ ਨਿਊਯਾਰਕ ਦੇ ਇੱਕ ਨਾਮੀ ਸਟਾਈਲਿਸਟ ਕੋਲ ਜਾ ਰਹੇ ਸਨ। ਮਿਸਟਰ ਵੈਸਨ ਨੇ ਕਿਹਾ, ਹਾਲਾਂਕਿ ਉਸਨੇ ਮੈਨੂੰ ਮਿਲਣ ਤੋਂ ਕਦੇ ਮਨਾ ਨਹੀਂ ਸੀ ਕੀਤਾ, ਪਰੰਤੂ ਉਸਨੇ ਮੇਰਾ ਕੋਈ ਸਕੈਚ ਨਹੀਂ ਸੀ ਖਰੀਦਿਆ। ਉਹ ਹਮੇਸ਼ਾ ਮੇਰੇ ਸਕੈਚ ਨੂੰ ਬਹੁਤ ਧਿਆਨ ਨਾਲ ਦੇਖਦਾ ਸੀ। ਇਸ ਤੋਂ ਬਾਅਦ ਕਹਿੰਦਾ, ਨਹੀਂ ਵੈਸਨ, ਮੈਨੂੰ ਲੱਗਦਾ ਹੈ ਕਿ ਇਹ ਸਕੈਚ ਸਾਡੇ ਕੰਮ ਨਹੀਂ ਆਉਣਗੇ। 150 ਵਾਰ ਅਸਫਲ ਹੋਣ ਤੋਂ ਬਾਅਦ ਵੈਸਨ ਨੇ ਮਹਿਸੂਸ ਕੀਤਾ ਕਿ ਸ਼ਾਇਦ ਉਸਦਾ ਦਿਮਾਗ ਠੀਕ ਤਰ੍ਹਾਂ ਕੰਮ ਨਹੀਂ ਕਰ ਰਿਹਾ। ਇਸ ਲਈ ਉਸਨੇ 1 ਹਫ਼ਤੇ ਤੱਕ ਮਨੁੱਖੀ ਵਿਵਹਾਰ ਨੂੰ ਪ੍ਰਭਾਵਿਤ ਕਰਨ ਦੀ ਕਲਾ ਉੱਪਰ ਹੋ ਰਹੇ ਕੋਰਸ ਵਿੱਚ ਹਿੱਸਾ ਲਿਆ ਤਾਂ ਕਿ ਉਸ ਨੂੰ ਨਵੇਂ ਵਿਚਾਰ ਮਿਲ ਸਕਣ ਤੇ ਉਹ ਨਵਾਂ ਉਤਸ਼ਾਹ ਜਾਗ ਸਕੇ। ਉਸਨੇ ਆਪਣੇ ਨਵੇਂ ਸਿੱਖੇ ਹੋਏ ਤਰੀਕਿਆਂ ਉੱਪਰ ਅਮਲ ਕਰਨ ਦਾ ਫੈਸਲਾ ਕੀਤਾ। ਇੱਕ ਦਿਨ ਉਹ ਆਪਣੇ ਹੱਥਾਂ ਵਿੱਚ ਅੱਧਾ ਦਰਜਨ ਅਧੂਰੇ ਸਕੈਚ ਲੈ ਕੇ ਖਰੀਦਦਾਰ ਦੇ ਆਫਿਸ ਪਹੁੰਚ ਗਿਆ ਤੇ ਕਿਹਾ, ਮੈਂ ਤੁਹਾਡੀ ਮਦਦ ਚਾਹੁੰਦਾ ਹਾਂ। ਮੇਰੇ ਕੋਲ ਕੁਝ ਅਧੂਰੇ ਸਕੈਚ ਹਨ। ਕੀ ਤੁਸੀਂ ਮੈਨੂੰ ਦੱਸੋਗੇ ਕਿ ਤੁਸੀਂ ਇਹਨਾਂ ਨੂੰ ਕਿਵੇਂ ਬਣਾਉਣਾ ਚਾਹੁੰਦੇ ਹੋ ਤਾਂ ਕਿ ਇਹ ਤੁਹਾਡੇ ਕੰਮ ਆ ਸਕਣ? ਤੇ ਖਰੀਦਦਾਰ ਨੇ ਬਿਨਾਂ ਕੁਝ ਕਹੇ ਤੇ ਕੁਝ ਦੇਰ ਤੱਕ ਸਕੈਚਾਂ ਵੱਲ ਵੇਖਿਆ ਤੇ ਅੰਤ ਵਿੱਚ ਉਸਨੇ ਕਿਹਾ, ਤੁਸੀਂ ਇਹਨਾਂ ਸਕੈਚਾਂ ਨੂੰ ਛੱਡ ਜਾਓ, ਕੁਝ ਦਿਨਾਂ ਬਾਅਦ ਆ ਕੇ ਮਿਲੋ। ਵੈਸਨ 3 ਦਿਨਾਂ ਬਾਅਦ ਮਿਲਣ ਗਏ। ਖਰੀਦਦਾਰ ਨੇ ਉਸਨੂੰ ਜੋ ਸੁਝਾਅ ਦਿੱਤੇ ਸਨ ਉਹਨਾਂ ਦੇ ਹਿਸਾਬ ਨਾਲ ਉਸਨੇ ਸਕੈਚ ਪੂਰੇ ਕੀਤੇ ਅਤੇ ਨਤੀਜਾ ਇਹ ਨਿਕਲਿਆ ਕਿ ਸਾਰੇ ਸਕੈਚ ਸਵੀਕਾਰ ਕਰ ਲਏ ਗਏ। ਇਸ ਤੋਂ ਬਾਅਦ ਖਰੀਦਦਾਰ ਨੇ ਵੈਸਨ ਨੂੰ ਬਹੁਤ ਸਾਰੇ ਸਕੈਚਾਂ ਦਾ ਆਰਡਰ ਦਿੱਤਾ ਅਤੇ ਮਿਸਟਰ ਵੈਸਨ ਨੇ ਵੀ ਉਹ ਸਾਰੇ ਸਕੈਚ ਵੀ ਉਸ ਦੇ ਵਿਚਾਰਾਂ ਦੀ ਮਦਦ ਨਾਲ ਬਣਾਏ। ਮਿਸਟਰ ਵੈਸਨ ਦਾ ਕਹਿਣਾ ਸੀ, ਮੈਂ ਉਦੋਂ ਤੱਕ ਇਸ ਲਈ ਅਸਫਲ ਹੁੰਦਾ ਰਿਹਾ ਕਿਉਂਕਿ ਮੈਂ ਉਸ ਨੂੰ ਆਪਣੀ ਮਨਚਾਹੀ ਚੀਜ਼ ਵੇਚਣਾ ਚਾਹੁੰਦਾ ਸੀ। ਮੈਂ ਉਸ ਨੂੰ ਉਹ ਵੇਚਣਾ ਚਾਹੁੰਦਾ ਸੀ ਜਿਹੜਾ ਮੈਨੂੰ ਲੱਗਦਾ ਸੀ ਕਿ ਉਸ ਨੂੰ ਖਰੀਦਣਾ ਚਾਹੀਦਾ ਹੈ। ਫਿਰ ਮੈਂ ਆਪਣੀ ਸ਼ੈਲੀ ਪੂਰੀ ਤਰ੍ਹਾਂ ਨਾਲ ਬਦਲ ਲਈ। ਮੈਂ ਉਸ ਤੋਂ ਉਸ ਦੇ ਵਿਚਾਰ ਪੁੱਛੇ। ਇਸ ਨਾਲ ਉਸ ਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਉਹ ਆਪ ਹੀ ਡਿਜ਼ਾਈਨ ਬਣਾ ਰਿਹਾ ਹੋਵੇ ਅਤੇ ਇੱਕ ਤਰ੍ਹਾਂ ਨਾਲ ਇਹੀ ਹੋ ਰਿਹਾ ਸੀ। ਮੈਨੂੰ ਉਸ ਨੂੰ ਸਕੈਚ ਵੇਚਣੇ ਨਹੀਂ ਪਏ, ਉਸਨੇ ਆਪ ਸਕੈਚ ਖਰੀਦੇ। ਸਾਹਮਣੇ ਵਾਲੇ ਵਿਅਕਤੀ ਨੂੰ ਇਹ ਅਨੁਭਵ ਕਰਾਉਣਾ ਕਿ ਇਹ ਵਿਚਾਰ ਉਸਦੇ ਹਨ ਬਿਜ਼ਨਸ ਅਤੇ ਰਾਜਨੀਤੀ ਵਿੱਚ ਵੀ ਕੰਮ ਕਰਦਾ। ਓਕਲਾਹੋਮਾ ਦੇ ਪੌਲ ਐਮ ਡੇਵਿਸ ਨੇ ਆਪਣੀ ਕਲਾਸ ਨੂੰ ਦੱਸਿਆ ਕਿ ਉਹਨਾਂ ਨੇ ਕਿਵੇਂ ਇਸ ਸਿਧਾਂਤ ਉੱਤੇ ਅਮਲ ਕੀਤਾ। ਮੇਰੇ ਪਰਿਵਾਰ ਤੇ ਮੈਂ ਇੱਕ ਬਹੁਤ ਵਧੀਆ ਵਕੇਸ਼ਨ ਟ੍ਰਿਪ ਦਾ ਆਨੰਦ ਲਿਆ। ਮੈਂ ਹਮੇਸ਼ਾ ਤੋਂ ਇਤਿਹਾਸਕ ਸਥਾਨਾਂ ਉੱਤੇ ਘੁੰਮਣ ਦਾ ਸੁਪਨਾ ਦੇਖਿਆ ਕਰਦਾ ਸੀ, ਜਿਵੇਂ ਗੇਟਿਸਬਰਗ ਵਿੱਚ ਸਿਵਲ ਵਾਰ ਦੀ ਰਣਭੂਮੀ, ਫਿਲਾਡੈਲਫੀਆ ਵਿੱਚ ਇੰਡੀਪੈਂਡੈਂਸ ਹਾਲ ਅਤੇ ਸਾਡੇ ਦੇਸ਼ ਦੀ ਰਾਜਧਾਨੀ ਹੈ। ਮੈਂ ਜਿੱਥੇ ਵੀ ਜਾਣਾ ਚਾਹੁੰਦਾ ਸੀ ਉਹਨਾਂ ਵਿੱਚ ਵੈਲੀ ਫੋਰਡਸ, ਜੇਮਸਟਾਊਨ ਤੇ ਵਿਲੀਅਮਸਬਰਗ ਵੀ ਸ਼ਾਮਲ ਸਨ। ਮਾਰਚ ਮਹੀਨੇ ਮੇਰੀ ਪਤਨੀ ਨੈਂਸੀ ਨੇ ਕਿਹਾ ਕਿ ਗਰਮੀਆਂ ਵਿੱਚ ਉਸਦੇ ਹਿਸਾਬ ਨਾਲ ਨਿਊ ਮੈਕਸੀਕੋ, ਐਰੀਜ਼ੋਨਾ, ਕੈਲੀਫੋਰਨੀਆ, ਨੇਵਾਦਾ ਅਤੇ ਪੱਛਮੀ ਰਾਜਾਂ ਦੀ ਯਾਤਰਾ ਕਰਨੀ ਠੀਕ ਰਹੇਗੀ।
ਉਹ ਕਈ ਸਾਲਾਂ ਤੋਂ ਇਹਨਾਂ ਥਾਵਾਂ 'ਤੇ ਜਾਣਾ ਚਾਹੁੰਦੀ ਸੀ। ਜ਼ਾਹਰ ਸੀ ਕਿ ਇਹ ਦੋਵੇਂ ਟ੍ਰਿਪ ਇੱਕੋ ਵਾਰ ਨਹੀਂ ਸਨ ਹੋ ਸਕਦੇ। ਸਾਡੀ ਬੇਟੀ ਐਨ ਜੂਨੀਅਰ ਨੇ ਹਾਈ ਸਕੂਲ ਅੰਦਰ ਅਮਰੀਕੀ ਇਤਿਹਾਸ ਵਿੱਚ ਹਾਲ ਹੀ ਅੰਦਰ ਕੋਰਸ ਪੂਰਾ ਕੀਤਾ ਸੀ ਅਤੇ ਉਹ ਆਪਣੇ ਦੇਸ਼ ਦੇ ਵਿਕਾਸ ਨੂੰ ਆਕਾਰ ਦੇਣ ਵਾਲੀ ਘਟਨਾਵਾਂ ਵਿੱਚ ਬਹੁਤ ਰੁਚੀ ਰੱਖਦੀ ਸੀ। ਮੈਂ ਉਸ ਨੂੰ ਪੁੱਛਿਆ ਕਿ ਕੀ ਉਹ ਸਾਡੇ ਅਗਲੇ ਵਕੇਸ਼ਨ ਵਿੱਚ ਉਹਨਾਂ ਥਾਵਾਂ ਦੀ ਯਾਤਰਾ ਕਰਨਾ ਚਾਹਵੇਗੀ ਜਿਨ੍ਹਾਂ ਬਾਰੇ ਉਸਨੇ ਕੇਵਲ ਪੁਸਤਕਾਂ ਵਿੱਚ ਪੜ੍ਹਿਆ ਹੈ। ਉਸਨੇ ਕਿਹਾ ਕਿ ਜੇਕਰ ਇਸ ਤਰ੍ਹਾਂ ਹੁੰਦਾ ਤਾਂ ਉਸਨੂੰ ਬੜੀ ਖੁਸ਼ੀ ਹੋਵੇਗੀ। ਇਸ ਚਰਚਾ ਦੇ 2 ਦਿਨ ਬਾਅਦ ਜਦੋਂ ਅਸੀਂ ਡਿਨਰ ਟੇਬਲ 'ਤੇ ਬੈਠੇ ਤਾਂ ਨੈਂਸੀ ਨੇ ਘੋਸ਼ਣਾ ਕੀਤੀ ਕਿ ਜੇਕਰ ਅਸੀਂ ਸਾਰੇ ਸਹਿਮਤ ਹੋਈਏ ਤਾਂ ਇਹਨਾਂ ਗਰਮੀਆਂ ਦੇ ਵਕੇਸ਼ਨ ਵਿੱਚ ਪੂਰਬੀ ਰਾਜਾਂ ਦੀ ਯਾਤਰਾ ਕਰ ਲਈਏ, ਕਿਉਂਕਿ ਐਨ ਲਈ ਬਹੁਤ ਹੀ ਰੋਮਾਂਚਕ ਯਾਤਰਾ ਹੋਵੇਗੀ। ਸਾਨੂੰ ਸਾਰਿਆਂ ਨੂੰ ਵੀ ਇਸ ਵਿੱਚ ਮਜ਼ਾ ਆਵੇਗਾ। ਅਸੀਂ ਫੌਰਨ ਸਹਿਮਤ ਹੋ ਗਏ। ਇਸੇ ਮਨੋਵਿਗਿਆਨਕ ਤਕਨੀਕ ਦਾ ਪ੍ਰਯੋਗ ਇੱਕ ਐਕਸਰੇ ਨਿਰਮਾਤਾ ਨੇ ਕੀਤਾ। ਬੁਰਲਿਨ ਦੇ ਇੱਕ ਵੱਡੇ ਹਸਪਤਾਲ ਵਿੱਚ ਐਕਸਰੇ ਮਸ਼ੀਨ ਦੀ ਜ਼ਰੂਰਤ ਸੀ। ਇਹ ਹਸਪਤਾਲ ਅਮਰੀਕਾ ਵਿੱਚ ਸਭ ਤੋਂ ਚੰਗੇ ਐਕਸਰੇ ਡਿਪਾਰਟਮੈਂਟ ਕਹਿਲਾਉਣ ਲਈ ਸਭ ਤੋਂ ਆਧੁਨਿਕ ਉਪਕਰਨ ਲਗਵਾਉਣੇ ਚਾਹੁੰਦਾ ਸੀ। ਐਕਸਰੇ ਡਿਪਾਰਟਮੈਂਟ ਦੇ ਮੁਖੀ ਡਾਕਟਰ ਐਲ ਦੇ ਕੋਲ ਬਹੁਤ ਸਾਰੇ ਸੇਲਜ਼ਮੈਨ ਆ ਕੇ ਆਪਣੀ ਕੰਪਨੀ ਦੀਆਂ ਮਸ਼ੀਨਾਂ ਦੀ ਤਾਰੀਫ ਕਰਿਆ ਕਰਦੇ ਸਨ, ਪਰੰਤੂ ਇੱਕ ਨਿਰਮਾਤਾ ਜ਼ਿਆਦਾ ਸਿਆਣਾ ਸੀ। ਉਹ ਮਨੁੱਖੀ ਸੁਭਾਅ ਬਾਰੇ ਆਪਣੇ ਵਿਰੋਧੀਆਂ ਤੋਂ ਜ਼ਿਆਦਾ ਜਾਣਦਾ ਸੀ। ਉਸਨੇ ਡਾਕਟਰ ਐਲ ਨੂੰ ਇਸ ਤਰ੍ਹਾਂ ਦਾ ਖਤ ਲਿਖਿਆ, ਸਾਡੀ ਫੈਕਟਰੀ ਨੇ ਹਾਲ ਹੀ ਵਿੱਚ ਇੱਕ ਨਵੀਂ ਐਕਸਰੇ ਮਸ਼ੀਨ ਬਣਾਈ ਹੈ। ਇਹ ਮਸ਼ੀਨ ਹੁਣੇ ਹੀ ਸਾਡੇ ਆਫਿਸ ਅੰਦਰ ਆਈ ਹੈ। ਅਸੀਂ ਜਾਣਦੇ ਹਾਂ ਇਹ ਮਸ਼ੀਨ ਦੋਸ਼ੀ ਨਹੀਂ ਹੋਵੇਗੀ। ਅਸੀਂ ਇਸ ਵਿੱਚ ਸੁਧਾਰ ਕਰਨਾ ਚਾਹੁੰਦੇ ਹਾਂ। ਅਸੀਂ ਤੁਹਾਡੇ ਆਭਾਰੀ ਹੋਵਾਂਗੇ ਜੇਕਰ ਤੁਸੀਂ ਆਪ ਆ ਕੇ ਇਸ ਮਸ਼ੀਨ ਨੂੰ ਦੇਖੋ ਅਤੇ ਸਾਨੂੰ ਦੱਸੋ ਕਿ ਇਸ ਨੂੰ ਤੁਹਾਡੇ ਪ੍ਰੋਫੈਸ਼ਨ ਲਈ ਕਿਵੇਂ ਜ਼ਿਆਦਾ ਉਪਯੋਗੀ ਅਤੇ ਬਿਹਤਰ ਬਣਾ ਸਕਦੇ ਹਾਂ। ਮੈਂ ਜਾਣਦਾ ਹਾਂ ਕਿ ਤੁਸੀਂ ਵਿਅਸਤ ਹੋਵੋਗੇ, ਇਸ ਲਈ ਮੈਂ ਤੁਹਾਨੂੰ ਲਿਆਉਣ ਲਈ ਤੁਹਾਡੇ ਦੱਸੇ ਸਮੇਂ ਉੱਤੇ ਗੱਡੀ ਵੀ ਭੇਜ ਦਿਆਂਗਾ। ਡਾਕਟਰ ਐਲ ਨੇ ਸਾਡੀ ਕਲਾਸ ਦੇ ਸਨਮੁਖ ਇਹ ਘਟਨਾ ਸੁਣਾਉਂਦਿਆਂ ਕਿਹਾ, ਇਹ ਖੱਤ ਮਿਲਣ ਉੱਤੇ ਮੈਨੂੰ ਹੈਰਾਨੀ ਹੋਈ। ਮੈਂ ਹੈਰਾਨ ਵੀ ਸੀ ਅਤੇ ਖੁਸ਼ ਵੀ। ਪਹਿਲੀ ਵਾਰ ਕਿਸੇ ਐਕਸਰੇ ਮਸ਼ੀਨ ਨਿਰਮਾਤਾ ਨੇ ਮੇਰੇ ਕੋਲੋਂ ਸਲਾਹ ਮੰਗੀ ਸੀ। ਇਸ ਤੋਂ ਮੈਨੂੰ ਲੱਗਿਆ ਜਿਵੇਂ ਮੈਂ ਬੜਾ ਖਾਸ ਸੀ। ਮੈਂ ਉਸ ਹਫ਼ਤੇ ਬਹੁਤ ਰੁੱਝਿਆ ਹੋਇਆ ਸੀ, ਪਰੰਤੂ ਮੈਂ ਇੱਕ ਡਿਨਰ ਅਪੁਆਇੰਟਮੈਂਟ ਨੂੰ ਕੈਂਸਲ ਕਰ ਦਿੱਤਾ ਅਤੇ ਮਸ਼ੀਨ ਦੇਖਣ ਲਈ ਗਿਆ। ਮਸ਼ੀਨ ਨੂੰ ਮੈਂ ਜਿੰਨੇ ਧਿਆਨ ਨਾਲ ਦੇਖਾਂ ਓਨਾ ਹੀ ਮੈਂ ਇਸ ਨਤੀਜੇ ਉੱਤੇ ਪੁੱਜਾ ਕਿ ਇਹ ਮਸ਼ੀਨ ਬਹੁਤ ਵਧੀਆ ਸੀ। ਕਿਸੇ ਨੇ ਮੈਨੂੰ ਇਹ ਮਸ਼ੀਨ ਵੇਚਣ ਦੀ ਕੋਸ਼ਿਸ਼ ਨਹੀਂ ਸੀ ਕੀਤੀ। ਮੈਨੂੰ ਮਹਿਸੂਸ ਹੋਇਆ ਜਿਵੇਂ ਹਸਪਤਾਲ ਲਈ ਇਹ ਉਪਕਰਨ ਖਰੀਦਣ ਦਾ ਵਿਚਾਰ ਮੇਰਾ ਸੀ। ਮੈਂ ਇਸ ਦੀ ਚੰਗੀ ਕੁਆਲਿਟੀ ਕਾਰਨ ਇਸ ਨੂੰ ਖਰੀਦਿਆ ਸੀ। ਰਾਲਫ ਵਾਲਡੋ ਐਮਰਸਨ ਨੇ ਆਪਣੇ ਨਿਬੰਧ ਸੈਲਫ ਰਿਲਾਈਜ਼ ਵਿੱਚ ਕਿਹਾ ਹੈ, ਹਰ ਮਹਾਨ ਕੰਮ ਵਿੱਚ ਅਸੀਂ ਆਪਣੇ ਨਕਾਰੇ ਹੋਏ ਵਿਚਾਰਾਂ ਨੂੰ ਪਛਾਣ ਲੈਂਦੇ ਹਾਂ। ਉਹ ਇੱਕ ਵਿਸ਼ੇਸ਼ ਮਹਾਨਤਾ ਨਾਲ ਸਾਡੇ ਵੱਲ ਮੁੜਦੇ ਹਨ। ਜਦੋਂ ਵੁਡਰੋ ਵਿਲਸਨ ਵਾਈਟ ਹਾਊਸ ਵਿੱਚ ਸਨ, ਉਦੋਂ ਕਰਨਲ ਐਡਵਰਡ ਐਮ ਹਾਊਸ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਮਲਿਆਂ ਅੰਦਰ ਕਾਫੀ ਰੁਚੀ ਰੱਖਦੇ ਸਨ। ਵਿਲਸਨ ਕਰਨਲ ਹਾਊਸ ਦੀ ਗੁਪਤ ਸਲਾਹ ਮਸ਼ਵਰਿਆਂ ਉੱਤੇ ਜਿੰਨੇ ਨਿਰਭਰ ਸਨ, ਉਨੇ ਆਪਣੀ ਕੈਬਨਿਟ ਦੇ ਮੰਤਰੀਆਂ 'ਤੇ ਵੀ ਨਹੀਂ ਸਨ। ਕਰਨਲ ਪ੍ਰੈਜ਼ੀਡੈਂਟ ਨੂੰ ਪ੍ਰਭਾਵਿਤ ਕਰਨ ਲਈ ਕਿਹੜਾ ਤਰੀਕਾ ਇਸਤੇਮਾਲ ਕਰਿਆ ਕਰਦੇ ਸਨ? ਖੁਸ਼ਕਿਸਮਤੀ ਨਾਲ ਸਾਨੂੰ ਇਹ ਗੱਲ ਪਤਾ ਹੈ, ਕਿਉਂਕਿ ਹਾਊਸ ਨੇ ਆਪ ਹੀ ਇਹ ਗੱਲ ਆਰਥਰ ਡੀ ਹਾਊਸਟਨ ਸਮਿਥ ਨੂੰ ਦੱਸੀ ਸੀ, ਜਿਨ੍ਹਾਂ ਨੇ ਇਸ ਦਾ ਜ਼ਿਕਰ ਦੀ ਸਟ੍ਰੇਟ ਈਵਨਿੰਗ ਪੋਸਟ ਵਿੱਚ ਛਪੇ ਆਪਣੇ ਲੇਖ ਅੰਦਰ ਕੀਤਾ ਹੈ। ਜਦੋਂ ਮੈਂ ਪ੍ਰੈਜ਼ੀਡੈਂਟ ਨੂੰ ਚੰਗੀ ਤਰ੍ਹਾਂ ਜਾਣ ਲਿਆ, ਹਾਊਸ ਨੇ ਕਿਹਾ, ਤਾਂ ਮੈਂ ਇਹ ਵੀ ਜਾਣ ਗਿਆ ਕਿ ਉਹਨਾਂ ਕੋਲੋਂ ਆਪਣੀ ਗੱਲ ਮਨਵਾਉਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਕਿਸੇ ਵਿਚਾਰ ਨੂੰ ਉਹਨਾਂ ਦੇ ਸਾਹਮਣੇ ਹਲਕੇ ਫੁਲਕੇ ਢੰਗ ਨਾਲ ਦੱਸ ਦੇਣਾ, ਜਿਸ ਨਾਲ ਉਹਨਾਂ ਦੇ ਮਨ ਵਿੱਚ ਇਸ ਪ੍ਰਤੀ ਰੁਚੀ ਜਾਗ ਜਾਏ ਤਾਂ ਕਿ ਉਹ ਖੁਦ ਇਸ ਬਾਰੇ ਸੋਚਣ ਲੱਗਣ। ਪਹਿਲੀ ਵਾਰ ਤਾਂ ਇਸ ਤਰ੍ਹਾਂ ਸੰਜੋਗ ਨਾਲ ਹੋਇਆ ਸੀ। ਮੈਂ ਵਾਈਟ ਹਾਊਸ ਵਿੱਚ ਗਿਆ ਸੀ। ਮੈਂ ਉਹਨਾਂ ਸਾਹਮਣੇ ਇੱਕ ਇਹੋ ਜਿਹੀ ਨੀਤੀ ਦੀ ਪੇਸ਼ਕਸ਼ ਕੀਤੀ ਜਿਸ ਉੱਤੇ ਉਹ ਅਸਹਿਮਤ ਸਨ। ਕਈ ਦਿਨਾਂ ਬਾਅਦ ਡਿਨਰ ਟੇਬਲ ਉੱਤੇ ਉਹਨਾਂ ਨੇ ਮੇਰੇ ਸਾਹਮਣੇ ਹੀ ਮੇਰੇ ਸੁਝਾਅ ਨੂੰ ਇਸ ਤਰ੍ਹਾਂ ਰੱਖਿਆ ਜਿਵੇਂ ਉਹ ਸੁਝਾਅ ਉਹਨਾਂ ਦੇ ਦਿਮਾਗ ਵਿੱਚੋਂ ਹੀ ਨਿਕਲਿਆ ਹੋਵੇ। ਮੈਂ ਹੈਰਾਨ ਰਹਿ ਗਿਆ ਕਿ ਹਾਊਸ ਨੇ ਪ੍ਰੈਜ਼ੀਡੈਂਟ ਨੂੰ ਟੋਕ ਕੇ ਇਹ ਕਿਹਾ, ਇਹ ਤੁਹਾਡਾ ਵਿਚਾਰ ਨਹੀਂ, ਇਹ ਤਾਂ ਮੇਰਾ ਵਿਚਾਰ ਹੈ। ਨਹੀਂ, ਹਾਊਸ ਨੇ ਇਸ ਤਰ੍ਹਾਂ ਕੁਝ ਨਹੀਂ ਕੀਤਾ। ਉਹ ਸਿਆਣਾ ਸੀ। ਉਹਨਾਂ ਨੂੰ ਕ੍ਰੈਡਿਟ ਲੈਣ ਦੀ ਪਰਵਾਹ ਨਹੀਂ ਸੀ। ਉਹ ਤਾਂ ਨਤੀਜਾ ਚਾਹੁੰਦੇ ਸਨ। ਇਸ ਲਈ ਉਹਨਾਂ ਨੇ ਵਿਲਸਨ ਨੂੰ ਇਹ ਲੱਗਣ ਦਿੱਤਾ ਜਿਵੇਂ ਇਹ ਉਹਨਾਂ ਦਾ ਵਿਚਾਰ ਹੋਵੇ। ਹਾਊਸ ਇਸ ਤੋਂ ਵੀ ਅੱਗੇ ਵਧ ਗਏ। ਉਹਨਾਂ ਨੇ ਵਿਲਸਨ ਨੂੰ ਇਹਨਾਂ ਵਿਚਾਰਾਂ ਲਈ ਜਨਤਕ ਤੌਰ 'ਤੇ ਵੀ ਕ੍ਰੈਡਿਟ ਦਿੱਤਾ। ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਜਿਨ੍ਹਾਂ ਲੋਕਾਂ ਦੇ ਸੰਪਰਕ ਵਿੱਚ ਆਉਂਦੇ ਹਾਂ ਉਹ ਸਾਰੇ ਓਨੇ ਹੀ ਮਨੁੱਖੀ ਹਨ ਜਿੰਨੇ ਕਿ ਵੁਡਰੋ ਵਿਲਸਨ ਸਨ। ਇਸ ਲਈ ਸਾਨੂੰ ਕਰਨਲ ਹਾਊਸ ਦੀ ਤਕਨੀਕ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਇੱਕ ਵਾਰ ਨਿਊ ਬਰੰਜ਼ਵਿਕ ਦੇ ਸੋਹਣੇ ਕੈਨੇਡੀਅਨ ਪ੍ਰਦੇਸ਼ ਦੇ ਇੱਕ ਵਿਅਕਤੀ ਨੇ ਇਸੇ ਤਕਨੀਕ ਦਾ ਪ੍ਰਯੋਗ ਮੇਰੇ ਉੱਤੇ ਕੀਤਾ ਤਾਂ ਉਸਨੇ ਮੈਨੂੰ ਆਪਣਾ ਗ੍ਰਾਹਕ ਬਣਾ ਲਿਆ। ਇੱਕ ਵਾਰ ਮੈਂ ਨਿਊ ਬਰੰਜ਼ਵਿਕ ਵਿੱਚ ਫਿਸ਼ਿੰਗ ਅਤੇ ਕੌਨਿੰਗ ਕਰਨ ਦੀ ਯੋਜਨਾ ਬਣਾ ਰਿਹਾ ਸੀ। ਇਸ ਲਈ ਮੈਂ ਟੂਰਿਸਟ ਬਿਊਰੋ ਤੋਂ ਕੈਂਪਾਂ ਦੀ ਜਾਣਕਾਰੀ ਮੰਗੀ। ਸਪਸ਼ਟ ਸੀ ਕਿ ਮੇਰਾ ਨਾਮ ਅਤੇ ਪਤਾ ਮੇਲਿੰਗ ਲਿਸਟ ਵਿੱਚ ਪਾ ਦਿੱਤਾ ਗਿਆ। ਮੇਰੇ ਕੋਲੇ ਬਹੁਤ ਸਾਰੇ ਕੈਂਪ ਮਾਲਕਾਂ ਦੇ ਖੱਤ, ਬੁਕਲੈਟ ਅਤੇ ਛਪੇ ਹੋਏ ਪ੍ਰਸ਼ੰਸਾ ਦੇ ਕੋਟੇਸ਼ਨ ਆ ਗਏ। ਮੈਂ ਉਲਝਣ ਵਿੱਚ ਸੀ। ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਮੈਂ ਕੀ ਕਰਾਂ। ਉਦੋਂ ਹੀ ਮੈਂ ਇੱਕ ਕੈਂਪ ਮਾਲਕ ਨੇ ਸਿਆਣਪ ਨਾਲ ਕੰਮ ਲਿਆ। ਉਹਨੇ ਮੈਨੂੰ ਨਿਊਯਾਰਕ ਦੇ ਬਹੁਤ ਸਾਰੇ ਲੋਕਾਂ ਦੇ ਨਾਮ
ਅਤੇ ਟੈਲੀਫੋਨ ਨੰਬਰ ਲਿਖ ਕੇ ਭਿਜਵਾ ਦਿੱਤੇ ਤੇ ਮੈਨੂੰ ਕਿਹਾ ਮੈਂ ਉਹਨਾਂ ਨਾਲ ਫੋਨ ਕਰਕੇ ਪੁੱਛ ਸਕਦਾ ਹਾਂ ਕਿ ਉਸ ਦੀ ਵਿਵਸਥਾ ਕਿਹੋ ਜਿਹੀ ਹੈ। ਸੰਯੋਗ ਨਾਲ ਮੈਂ ਉਸ ਸੂਚੀ ਵਿੱਚੋਂ ਇੱਕ ਵਿਅਕਤੀ ਨੂੰ ਪਛਾਣਦਾ ਸੀ। ਮੈਂ ਉਸ ਨੂੰ ਫੋਨ ਕਰਕੇ ਉਸ ਦਾ ਤਜਰਬਾ ਪੁੱਛਿਆ। ਇਸ ਤੋਂ ਬਾਅਦ ਮੈਂ ਕੈਂਪ ਦੇ ਮਾਲਕ ਨੂੰ ਆਪਣੇ ਪਹੁੰਚਣ ਦਾ ਟੈਲੀਗ੍ਰਾਮ ਕਰ ਦਿੱਤਾ। ਦੂਜੇ ਲੋਕ ਵੀ ਮੈਨੂੰ ਆਪਣੀਆਂ ਸੇਵਾਵਾਂ ਵੇਚਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਵਿਅਕਤੀ ਨੇ ਮੈਨੂੰ ਸੇਵਾਵਾਂ ਖਰੀਦਣ ਲਈ ਮਜਬੂਰ ਕਰ ਦਿੱਤਾ, ਇਸ ਲਈ ਉਹ ਕੈਂਪ ਵਾਲਾ ਜਿੱਤ ਗਿਆ। 2500 ਸਾਲ ਪਹਿਲਾਂ ਲਾਓ ਤਸੇ ਨਾਮ ਦੇ ਚੀਨੀ ਦਾਰਸ਼ਨਿਕ ਨੇ ਕੁਝ ਇਹੋ ਜਿਹੀ ਗੱਲ ਕਹੀ ਸੀ ਜਿਨ੍ਹਾਂ ਉੱਪਰ ਇਸ ਪੁਸਤਕ ਨੂੰ ਪੜ੍ਹਨ ਵਾਲੇ ਅਮਲ ਕਰ ਸਕਦੇ ਹਨ। ਨਦੀਆਂ ਤੇ ਸਮੁੰਦਰ, ਸੈਂਕੜੇ ਪਹਾੜੀ ਧਰਾਵਾਂ ਦਾ ਪਾਣੀ ਇਸ ਲਈ ਗ੍ਰਹਿਣ ਕਰਦੇ ਨੇ ਕਿਉਂਕਿ ਉਹ ਆਪਣੇ ਆਪ ਨੂੰ ਉਹਨਾਂ ਤੋਂ ਹੇਠਾਂ ਦੇਖਦੇ ਨੇ। ਇਸੇ ਵਜ੍ਹਾ ਨਾਲ ਉਹ ਪਹਾੜੀ ਝਰਨਿਆਂ ਉੱਤੇ ਰਾਜ ਕਰ ਪਾਉਂਦੇ ਨੇ। ਇਸੇ ਤਰ੍ਹਾਂ ਸੰਤ ਵੀ ਆਪਣੇ ਆਪ ਨੂੰ ਇਨਸਾਨਾਂ ਤੋਂ ਥੱਲੇ ਰੱਖਦੇ ਹਨ ਤਾਂ ਕਿ ਉਹ ਉਹਨਾਂ ਕੋਲੋਂ ਉੱਪਰ ਉੱਠ ਸਕਣ, ਉਹਨਾਂ ਕੋਲੋਂ ਪਿੱਛੇ ਰੱਖਦੇ ਨੇ ਤਾਂ ਕਿ ਉਹ ਉਹਨਾਂ ਤੋਂ ਪਹਿਲਾਂ ਰਹਿ ਸਕਣ। ਇਸੇ ਕਾਰਨ ਹਾਲਾਂਕਿ ਸੰਤ ਇਨਸਾਨਾਂ ਤੋਂ ਉੱਪਰ ਹੁੰਦਾ ਹੈ ਪਰ ਇਨਸਾਨਾਂ ਨੂੰ ਉਸ ਕੋਲੋਂ ਤਕਲੀਫ ਨਹੀਂ ਹੁੰਦੀ। ਹਾਲਾਂਕਿ ਉਹ ਉਹਨਾਂ ਤੋਂ ਪਹਿਲਾਂ ਹੁੰਦਾ ਪਰੰਤੂ ਇਨਸਾਨਾਂ ਨੂੰ ਉਸ ਨਾਲ ਕੋਈ ਕਸ਼ਟ ਨਹੀਂ ਹੁੰਦਾ। ਸਿਧਾਂਤ 7ਵਾਂ, ਦੂਜੇ ਵਿਅਕਤੀ ਨੂੰ ਇਹ ਲੱਗਣ ਦਿਓ ਕਿ ਇਹ ਵਿਚਾਰ ਉਸੇ ਦੇ ਹਨ। ਅਗਲਾ ਚੈਪਟਰ, ਇੱਕ ਫਾਰਮੂਲਾ ਜਿਹੜਾ ਤੁਹਾਡੇ ਲਈ ਚਮਤਕਾਰ ਕਰ ਦੇਵੇ। ਯਾਦ ਰੱਖੋ, ਦੂਜੇ ਲੋਕ ਪੂਰੀ ਤਰ੍ਹਾਂ ਗਲਤ ਹੋ ਸਕਦੇ ਹਨ ਪਰੰਤੂ ਆਪਣੀਆਂ ਨਜ਼ਰਾਂ ਵਿੱਚ ਉਹ ਗਲਤ ਨਹੀਂ ਹੁੰਦੇ। ਉਹਨਾਂ ਦੀ ਆਲੋਚਨਾ ਨਾ ਕਰੋ। ਕੋਈ ਵੀ ਮੂਰਖ ਇਸ ਤਰ੍ਹਾਂ ਕਰ ਸਕਦਾ ਹੈ। ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਕੇਵਲ ਸਿਆਣੇ, ਸਹਿਣਸ਼ੀਲ ਅਤੇ ਵਿਰਲੇ ਲੋਕ ਹੀ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰਦੇ ਹਨ। ਸਾਹਮਣੇ ਵਾਲਾ ਵਿਅਕਤੀ ਇਹੋ ਜਿਹਾ ਵਿਵਹਾਰ ਕਿਉਂ ਕਰ ਰਿਹਾ ਹੈ ਜਾਂ ਇਸ ਤਰ੍ਹਾਂ ਕਿਉਂ ਸੋਚ ਰਿਹਾ ਹੈ, ਇਸ ਦੇ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਹੈ। ਉਸ ਕਾਰਨ ਨੂੰ ਜਾਣੋ ਤੇ ਤੁਹਾਨੂੰ ਉਸ ਦੇ ਕਾਰਜਾਂ ਦੀ ਚਾਬੀ ਮਿਲ ਜਾਵੇਗੀ, ਸ਼ਾਇਦ ਉਸ ਦੇ ਵਿਅਕਤੀਤਵ ਦੀ ਚਾਬੀ ਵੀ। ਆਪਣੇ ਆਪ ਨੂੰ ਇਮਾਨਦਾਰੀ ਨਾਲ ਉਸ ਦੀ ਥਾਂ ਉੱਤੇ ਰੱਖਣ ਦੀ ਕੋਸ਼ਿਸ਼ ਕਰੋ। ਆਪਣੇ ਆਪ ਨੂੰ ਪੁੱਛੋ, ਜੇਕਰ ਮੈਂ ਉਸ ਦੀ ਥਾਂ ਉੱਪਰ ਹੁੰਦਾ ਤਾਂ ਮੈਂ ਕਿਸ ਤਰ੍ਹਾਂ ਮਹਿਸੂਸ ਕਰਦਾ। ਜੇਕਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਤੁਸੀਂ ਚਿੜਨ ਤੋਂ ਬਚ ਜਾਓਗੇ ਤੇ ਆਪਣਾ ਸਮਾਂ ਬਚਾ ਲਓਗੇ ਕਿਉਂਕਿ ਕਾਰਨ ਵਿੱਚ ਰੁਚੀ ਲੈ ਕੇ ਤੁਸੀਂ ਨਤੀਜੇ ਦੀ ਆਲੋਚਨਾ ਕਰਨ ਤੋਂ ਬਚ ਸਕਦੇ ਹੋ। ਇਸ ਤੋਂ ਇਲਾਵਾ ਇਸ ਦੇ ਨਾਲ ਮਨੁੱਖੀ ਸੰਬੰਧਾਂ ਦੀ ਤੁਹਾਡੀ ਕਲਾ ਵੀ ਤੇਜ਼ੀ ਨਾਲ ਵਿਕਸਿਤ ਹੋਵੇਗੀ। ਕੈਨਥ ਐਮ ਗੂਡੇ ਨੇ ਹਾਊ ਟੂ ਟਰਨ ਪੀਪਲ ਇਨਟੂ ਗੋਲਡ ਪੁਸਤਕ ਵਿੱਚ ਲਿਖਿਆ ਹੈ, 1 ਮਿੰਟ ਲਈ ਰੁਕ ਕੇ ਸੋਚੋ। ਤੁਹਾਡੀ ਆਪਣੇ ਆਪ ਵਿੱਚ ਰੁਚੀ ਹੈ ਪਰੰਤੂ ਦੂਜਿਆਂ ਵਿੱਚ ਰੁਚੀ ਬਹੁਤ ਘੱਟ ਹੈ। ਦੁਨੀਆ ਵਿੱਚ ਹਰ ਵਿਅਕਤੀ ਇਸੇ ਤਰ੍ਹਾਂ ਸੋਚਦਾ ਹੈ। ਜੇਕਰ ਤੁਸੀਂ ਇਹ ਜਾਣ ਲਓਗੇ ਤਾਂ ਲਿੰਕਨ ਅਤੇ ਰੋਜ਼ਵੈਲਟ ਵਾਂਗ ਤੁਸੀਂ ਵੀ ਮਨੁੱਖੀ ਸੰਬੰਧਾਂ ਦੀ ਇਕੱਲੀ ਬੁਨਿਆਦ ਨੂੰ ਸਮਝ ਲਓਗੇ। ਤੁਸੀਂ ਜਾਣ ਲਓਗੇ ਕਿ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਸਾਹਮਣੇ ਵਾਲੇ ਦੇ ਨਜ਼ਰੀਏ ਨੂੰ ਸਹਾਨੂਭੂਤੀਪੂਰਵਕ ਸਮਝਣਾ ਹੋਵੇਗਾ। ਹੈਂਪਸੀਡ, ਨਿਊਯਾਰਕ ਦਾ ਸੇਮ ਡਗਲਸ ਆਪਣੀ ਪਤਨੀ ਨੂੰ ਕਿਹਾ ਕਰਦਾ ਸੀ ਕਿ ਉਹ ਲਾਅਨ ਦੀ ਸਫਾਈ ਵਿੱਚ ਮਿਹਨਤ ਕਰਕੇ ਆਪਣਾ ਸਮਾਂ ਬਰਬਾਦ ਕਰਦੀ ਹੈ। ਉਸ ਦੀ ਪਤਨੀ ਹਫ਼ਤੇ ਵਿੱਚ 2 ਵਾਰੀ ਲਾਅਨ ਤੋਂ ਨਦੀਨ ਸਾਫ਼ ਕਰਦੀ ਸੀ, ਖਾਦ ਪਾਉਂਦੀ ਸੀ, ਘਾਹ ਵੱਢਦੀ ਸੀ। ਇੰਨੀ ਮਿਹਨਤ ਦੇ ਬਾਵਜੂਦ ਲਾਅਨ ਦੀ ਹਾਲਤ ਉਸੇ ਤਰ੍ਹਾਂ ਦੀ ਨਜ਼ਰ ਆਉਂਦੀ ਸੀ ਜਿਵੇਂ ਕਿ ਇਹ 4 ਸਾਲ ਪਹਿਲਾਂ ਸੀ ਜਦੋਂ ਉਹ ਮਕਾਨ ਵਿੱਚ ਰਹਿਣ ਲਈ ਆਏ ਸਨ। ਸੈਮ ਦੀ ਇਹ ਗੱਲ ਸੁਣ ਕੇ ਉਸ ਦੀ ਪਤਨੀ ਚਿੜ ਜਾਂਦੀ ਸੀ ਤੇ ਉਹਨਾਂ ਦੀ ਸਾਰੀ ਸ਼ਾਮ ਬਰਬਾਦ ਹੋ ਜਾਂਦੀ ਸੀ। ਸਾਡੇ ਕੋਰਸ ਵਿੱਚ ਹਿੱਸਾ ਲੈਣ ਤੋਂ ਬਾਅਦ ਡਗਲਸ ਨੇ ਮਹਿਸੂਸ ਕੀਤਾ ਕਿ ਉਹ ਇੰਨੇ ਸਾਲਾਂ ਤੋਂ ਮੂਰਖਤਾਪੂਰਨ ਵਿਵਹਾਰ ਕਰ ਰਿਹਾ ਹੈ। ਉਸਨੇ ਇਸ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਪਤਨੀ ਨੂੰ ਇਹ ਕੰਮ ਕਰਨ ਵਿੱਚ ਆਨੰਦ ਆਉਂਦਾ ਹੋਵੇਗਾ, ਇਸ ਲਈ ਉਹ ਆਪਣੀ ਕੀਤੀ ਮਿਹਨਤ ਬਾਰੇ ਤਾਰੀਫ ਸੁਣਨਾ ਚਾਹੁੰਦੀ ਹੋਵੇਗੀ। ਡਿਨਰ ਤੋਂ ਬਾਅਦ ਇੱਕ ਸ਼ਾਮ ਨੂੰ ਉਸ ਦੀ ਪਤਨੀ ਨੇ ਕਿਹਾ ਕਿ ਉਹ ਲਾਅਨ ਵਿੱਚੋਂ ਕੁਝ ਨਦੀਨ ਸਾਫ਼ ਕਰਨਾ ਚਾਹੁੰਦੀ ਹੈ। ਉਸਨੇ ਆਪਣੇ ਪਤੀ ਨੂੰ ਨਾਲ ਚੱਲਣ ਦੀ ਗੁਜ਼ਾਰਿਸ਼ ਕੀਤੀ। ਪਹਿਲਾਂ ਤਾਂ ਪਤੀ ਨੇ ਮਨਾ ਕਰ ਦਿੱਤਾ ਪਰੰਤੂ ਬਾਅਦ ਵਿੱਚ ਵਿਚਾਰ ਕਰਨ ਤੋਂ ਬਾਅਦ ਉਸਦੇ ਲਾਅਨ ਵਿੱਚ ਚਲਾ ਗਿਆ ਅਤੇ ਨਦੀਨ ਸਾਫ਼ ਕਰਨ ਵਿੱਚ ਆਪਣੀ ਪਤਨੀ ਦਾ ਸਹਿਯੋਗ ਕਰਨ ਲੱਗਿਆ। ਜ਼ਾਹਰ ਸੀ ਕਿ ਪਤਨੀ ਖੁਸ਼ ਹੋ ਗਈ ਤੇ ਦੋਨਾਂ ਨੇ ਇਕੱਠੇ ਕਰੜੀ ਮਿਹਨਤ ਕਰਦਿਆਂ ਨਾਲੋਂ ਨਾਲ ਰੌਚਕ ਚਰਚਾ ਕਰਦੇ ਹੋਏ 1 ਘੰਟੇ ਦਾ ਸਮਾਂ ਬਿਤਾਇਆ। ਇਸ ਤੋਂ ਬਾਅਦ ਉਸਨੇ ਬਾਗਬਾਨੀ ਵਿੱਚ ਆ ਕੇ ਆਪਣੀ ਪਤਨੀ ਦੀ ਮਦਦ ਕੀਤੀ ਤੇ ਆਪਣੀ ਪਤਨੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਫਾਈ ਤੋਂ ਬਾਅਦ ਲਾਅਨ ਪਹਿਲਾਂ ਤੋਂ ਬਿਹਤਰ ਦਿਖ ਰਿਹਾ ਹੈ। ਉਸਨੇ ਕਿਹਾ ਕਿ ਕੰਕਰੀਟ ਵਰਗੀ ਸਖਤ ਜ਼ਮੀਨ ਦੇ ਬਾਵਜੂਦ ਉਸਦੀ ਮਿਹਨਤ ਕਾਰਨ ਲਾਅਨ ਦੀ ਹਾਲਤ ਬਹੁਤ ਸੁਧਰ ਗਈ ਹੈ। ਨਤੀਜਾ ਦੋਨਾਂ ਦੀ ਵਿਆਹੁਤਾ ਜੀਵਨ ਸੁਖੀ ਹੋ ਗਿਆ ਕਿਉਂਕਿ ਡਗਲਸ ਨੇ ਆਪਣੀ ਪਤਨੀ ਦੇ ਨਜ਼ਰੀਏ ਤੋਂ ਦੇਖਣਾ ਸਿੱਖ ਲਿਆ ਸੀ, ਭਾਵੇਂ ਮਾਮਲਾ ਨਦੀਨ ਵਰਗੀ ਛੋਟੀ ਜਿਹੀ ਚੀਜ਼ ਦਾ ਸੀ। ਆਪਣੀ ਪੁਸਤਕ ਗੈਟਿੰਗ ਥਰੂ ਟੂ ਪੀਪਲ ਵਿੱਚ ਡਾਕਟਰ ਜੈਰਲਾਰਡ ਐਸ ਲਿਖਦੇ ਹਨ, ਚਰਚਾ ਵਿੱਚ ਸਹਿਯੋਗ ਉਦੋਂ ਹਾਸਲ ਹੁੰਦਾ ਹੈ ਜਦੋਂ ਤੁਸੀਂ ਇਹ ਪ੍ਰਦਰਸ਼ਿਤ ਕਰਦੇ ਹੋ ਕਿ ਤੁਸੀਂ ਸਾਹਮਣੇ ਵਾਲੇ ਦੀਆਂ ਭਾਵਨਾਵਾਂ ਅਤੇ ਵਿਚਾਰਾਂ ਨੂੰ ਆਪਣੀਆਂ ਭਾਵਨਾਵਾਂ ਅਤੇ ਵਿਚਾਰਾਂ ਵਾਂਗ ਹੀ ਮਹੱਤਵਪੂਰਨ ਮੰਨਦੇ ਹੋ। ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਤੁਹਾਡਾ ਸਰੋਤਾ ਤੁਹਾਡੇ ਵਿਚਾਰਾਂ ਨੂੰ ਪਸੰਦ ਕਰੇ ਤਾਂ ਤੁਹਾਨੂੰ ਆਪਣੀ ਚਰਚਾ ਇਸ ਤਰ੍ਹਾਂ ਸ਼ੁਰੂ ਕਰਨੀ ਚਾਹੀਦੀ ਹੈ ਕਿ ਸਾਹਮਣੇ ਵਾਲਾ ਤੁਹਾਡੀ ਚਰਚਾ ਦੀ ਦਿਸ਼ਾ ਸਮਝ ਲਏ। ਤੁਸੀਂ ਜੋ ਕਹਿਣਾ ਚਾਹੁੰਦੇ ਹੋ ਉਹ ਕਹਿਣ ਵਾਲੇ ਇਸ ਗੱਲ ਦੀ ਕਲਪਨਾ ਕਰੋ ਕਿ ਜੇਕਰ ਤੁਸੀਂ ਸਰੋਤੇ ਦੀ ਥਾਂ ਹੁੰਦੇ ਤਾਂ ਤੁਸੀਂ ਕੀ ਸੁਣਨਾ ਚਾਹੁੰਦੇ।
ਸਰੋਤੇ ਦੇ ਨਜ਼ਰੀਏ ਨੂੰ ਸਵੀਕਾਰ ਕਰਨ ਨਾਲ ਸਰੋਤਾ ਵੀ ਤੁਹਾਡਾ ਨਜ਼ਰੀਆ ਸਵੀਕਾਰ ਕਰ ਲੈਂਦਾ ਹੈ। ਮੈਨੂੰ ਆਪਣੇ ਘਰ ਦੇ ਕੋਲ ਵਾਲੇ ਪਾਰਕ ਵਿੱਚ ਘੁੰਮਣਾ, ਘੋੜਸਵਾਰੀ ਕਰਨਾ ਚੰਗਾ ਲੱਗਦਾ ਹੈ। ਇੱਕ ਓਕ ਟਰੀ ਇਹੋ ਜਿਹਾ ਹੈ ਜਿਸ ਨਾਲ ਮੇਰਾ ਵਿਸ਼ੇਸ਼ ਲਗਾਅ ਹੈ, ਪਰੰਤੂ ਹਰ ਮੌਸਮ ਵਿੱਚ ਮੈਂ ਇਹ ਦੇਖ ਕੇ ਦੁਖੀ ਹੁੰਨਾ ਕਿ ਪਾਰਕ ਵਿੱਚ ਅਕਸਰ ਅੱਗ ਲੱਗ ਜਾਂਦੀ ਹੈ, ਜਿਸ ਦੀ ਵਜ੍ਹਾ ਨਾਲ ਕਈ ਦਰਖਤ ਅਤੇ ਝਾੜੀਆਂ ਜਲ ਕੇ ਰਾਖ ਹੋ ਜਾਂਦੀਆਂ ਹਨ। ਇਹ ਅੱਗ ਸਿਗਰਟ ਪੀਣ ਵਾਲਿਆਂ ਦੀ ਲਾਪਰਵਾਹੀ ਨਾਲ ਨਹੀਂ ਲੱਗਦੀ। ਅਕਸਰ ਜੰਗਲ ਵਿੱਚ ਅੱਗ ਉਹਨਾਂ ਨੌਜਵਾਨਾਂ ਰਾਹੀਂ ਲਾਈ ਜਾਂਦੀ ਹੈ ਜਿਹੜੇ ਉੱਥੇ ਪਿਕਨਿਕ ਮਨਾਉਣ ਲਈ ਆਉਂਦੇ ਹਨ ਅਤੇ ਆਂਡੇ ਬਣਾਉਣ ਲਈ ਅੱਗ ਬਾਲਦੇ ਹਨ। ਕਈ ਵਾਰ ਤਾਂ ਅੱਗ ਇੰਨੀ ਭਿਆਨਕ ਹੋ ਜਾਂਦੀ ਹੈ ਕਿ ਫਾਇਰ ਬ੍ਰਿਗੇਡ ਨੂੰ ਬੁਲਾਉਣਾ ਪੈਂਦਾ ਹੈ। ਪਾਰਕ ਅੰਦਰ ਇੱਕ ਕੋਨੇ ਵਿੱਚ ਇੱਕ ਬੋਰਡ ਲੱਗਿਆ ਹੈ ਜਿਸ ਉੱਪਰ ਲਿਖਿਆ ਕਿ ਅੱਗ ਬਾਲਣ ਵਾਲੇ ਤੇ ਜੁਰਮਾਨਾ ਕੀਤਾ ਜਾਵੇਗਾ ਤੇ ਉਸ ਨੂੰ ਸਜ਼ਾ ਦਿੱਤੀ ਜਾਏਗੀ, ਪਰੰਤੂ ਇਹ ਸਾਈਨ ਬੋਰਡ ਇਹੋ ਜਿਹੀ ਥਾਂ ਤੇ ਲੱਗਿਆ ਹੈ ਜਿੱਥੋਂ ਕਿਸੇ ਦੀ ਨਜ਼ਰ ਨਹੀਂ ਪੈਂਦੀ। ਜ਼ਿਆਦਾਤਰ ਲੋਕ ਇਸ ਨੂੰ ਦੇਖ ਹੀ ਨਹੀਂ ਪਾਉਂਦੇ। ਪਾਰਕ ਦੀ ਸੁਰੱਖਿਆ ਲਈ ਇੱਕ ਪੁਲਿਸ ਵਾਲਾ ਵੀ ਤੈਨਾਤ ਹੈ, ਪਰੰਤੂ ਉਹ ਆਪਣੇ ਕੰਮ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ। ਇਸੇ ਵਜ੍ਹਾ ਨਾਲ ਹਰ ਸਾਲ ਅੱਗ ਲੱਗਦੀ ਹੈ। ਇੱਕ ਵਾਰ ਤਾਂ ਮੈਂ ਪੁਲਿਸ ਵਾਲੇ ਕੋਲੇ ਦੌੜਦਾ ਹੋਇਆ ਗਿਆ ਤੇ ਉਸ ਨੂੰ ਦੱਸਿਆ ਕਿ ਪਾਰਕ ਵਿੱਚ ਅੱਗ ਤੇਜ਼ੀ ਨਾਲ ਫੈਲ ਰਹੀ ਹੈ, ਇਸ ਲਈ ਫਾਇਰ ਬ੍ਰਿਗੇਡ ਨੂੰ ਤੁਰੰਤ ਫੋਨ ਕਰ ਦੇਣਾ ਚਾਹੀਦਾ ਹੈ। ਪਰੰਤੂ ਪੁਲਿਸ ਵਾਲੇ ਨੇ ਲਾਪਰਵਾਹ ਹੋ ਕੇ ਜਵਾਬ ਦਿੱਤਾ ਕਿ ਉਹ ਸਥਾਨ ਉਸਦੇ ਖੇਤਰ ਵਿੱਚ ਨਹੀਂ ਆਉਂਦਾ। ਇਹ ਸੁਣਦੇ ਸਾਰ ਮੈਂ ਲਾਚਾਰ ਹੋ ਗਿਆ। ਇਸ ਤੋਂ ਬਾਅਦ ਮੈਂ ਪਾਰਕ ਦੀ ਸੁਰੱਖਿਆ ਦਾ ਜ਼ਿੰਮਾ ਆਪ ਲੈ ਲਿਆ। ਸ਼ੁਰੂ ਵਿੱਚ ਤਾਂ ਮੈਂ ਦੂਜੇ ਲੋਕਾਂ ਦੇ ਨਜ਼ਰੀਏ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਸੀ ਕਰਦਾ। ਜਦੋਂ ਵੀ ਮੈਂ ਕਿਸੇ ਨੂੰ ਅੱਗ ਬਾਲਦੇ ਦੇਖਦਾ ਤੇ ਮੈਂ ਦੁਖੀ ਹੋ ਜਾਂਦਾ ਸੀ। ਸਹੀ ਕੰਮ ਕਰਨ ਲਈ ਮੈਂ ਇੰਨਾ ਤਾਵਲਾ ਸੀ ਕਿ ਮੈਂ ਗਲਤ ਕੰਮ ਕਰ ਜਾਂਦਾ ਸੀ। ਮੈਂ ਘੋੜੇ ਉੱਪਰ ਚੜ੍ਹ ਕੇ ਉਹਨਾਂ ਨੌਜਵਾਨਾਂ ਕੋਲ ਜਾਂਦਾ, ਉਹਨਾਂ ਨੂੰ ਧਮਕਾਉਂਦਾ ਸੀ ਕਿ ਪਾਰਕ ਵਿੱਚ ਅੱਗ ਬਾਲਣ ਕਾਰਨ ਉਹਨਾਂ ਨੂੰ ਸਜ਼ਾ ਹੋ ਸਕਦੀ ਹੈ ਤੇ ਮੈਂ ਕਿਸੇ ਅਫਸਰ ਵਰਗੀ ਆਵਾਜ਼ ਵਿੱਚ ਉਹਨਾਂ ਨੂੰ ਅੱਗ ਬੁਝਾਉਣ ਦਾ ਆਦੇਸ਼ ਦੇ ਦਿੰਦਾ। ਮੈਂ ਉਹਨਾਂ ਨੂੰ ਇਹ ਵੀ ਦੱਸ ਦਿੰਦਾ ਸੀ ਕਿ ਜੇਕਰ ਉਹਨਾਂ ਨੇ ਅੱਗ ਨਹੀਂ ਬੁਝਾਈ ਤਾਂ ਮੈਂ ਉਹਨਾਂ ਨੂੰ ਗ੍ਰਿਫਤਾਰ ਕਰਾ ਦਿਆਂਗਾ। ਮੈਂ ਉਹਨਾਂ ਦੇ ਨਜ਼ਰੀਏ ਨੂੰ ਸਮਝਣ ਦੀ ਕੋਸ਼ਿਸ਼ ਕੀਤੇ ਬਿਨਾਂ ਆਪਣੇ ਦਿਲ ਦਾ ਗਬਾਰ ਕੱਢਦਾ ਰਹਿੰਦਾ ਸੀ। ਨਤੀਜਾ, ਉਹ ਮੇਰੀ ਗੱਲ ਮੰਨ ਲੈਂਦੇ ਸੀ। ਉਹ ਮਨ ਮਾਰ ਕੇ ਚਿੜ ਕੇ ਮੇਰੀ ਗੱਲ ਮੰਨ ਲੈਂਦੇ ਸੀ। ਹੋ ਸਕਦਾ ਕਿ ਮੇਰੇ ਚਲੇ ਜਾਣ ਬਾਅਦ ਉਹ ਫੇਰ ਤੋਂ ਅੱਗ ਬਾਲ ਲੈਂਦੇ ਹੋਣ ਤੇ ਇਹ ਚਾਹੁੰਦੇ ਹੋਣ ਕਿ ਪੂਰੇ ਪਾਰਕ ਵਿੱਚ ਅੱਗ ਲੱਗ ਜਾਏ। ਕਈ ਸਾਲ ਗੁਜ਼ਰਨ ਤੋਂ ਬਾਅਦ ਮੈਨੂੰ ਮਨੁੱਖੀ ਸਬੰਧਾਂ ਬਾਰੇ ਗਿਆਨ ਹੋਇਆ। ਮੈਂ ਸਾਹਮਣੇ ਵਾਲੇ ਦੇ ਨਜ਼ਰੀਏ ਤੋਂ ਚੀਜ਼ਾਂ ਨੂੰ ਦੇਖਣ ਦੀ ਪ੍ਰਵਿਰਤੀ ਵਿਕਸਿਤ ਕੀਤੀ ਅਤੇ ਕੂਟਨੀਤੀ ਦਾ ਪ੍ਰਯੋਗ ਕਰਨਾ ਸ਼ੁਰੂ ਕਰ ਦਿੱਤਾ। ਆਰਡਰ ਦੇਣ ਦੀ ਬਜਾਏ ਮੈਂ ਅੱਗ ਕੋਲੇ ਜਾ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਹਿੰਦਾ ਸੀ। ਮਜ਼ੇ ਕਰ ਰਹੇ ਹੋ ਬੱਚੋ, ਖਾਣੇ ਵਿੱਚ ਕੀ ਬਣ ਰਿਹਾ? ਜਦੋਂ ਮੈਂ ਛੋਟਾ ਸੀ ਤਾਂ ਮੈਨੂੰ ਵੀ ਅੱਗ ਬਾਲਣਾ ਬੜਾ ਪਸੰਦ ਸੀ ਤੇ ਮੈਨੂੰ ਅੱਜ ਵੀ ਪਸੰਦ ਹੈ, ਪਰੰਤੂ ਤੁਸੀਂ ਲੋਕ ਸ਼ਾਇਦ ਇਹ ਜਾਣਦੇ ਨਹੀਂ ਕਿ ਪਾਰਕ ਵਿੱਚ ਅੱਗ ਬਾਲਣਾ ਖਤਰਨਾਕ ਹੁੰਦਾ। ਮੈਂ ਜਾਣਦਾ ਕਿ ਤੁਸੀਂ ਲੋਕ ਕੋਈ ਨੁਕਸਾਨ ਨਹੀਂ ਕਰਨਾ ਚਾਹੁੰਦੇ, ਪਰੰਤੂ ਦੂਜੇ ਬੱਚੇ ਇੰਨੇ ਸਾਵਧਾਨ ਨਹੀਂ ਰਹਿੰਦੇ। ਆਉਂਦੇ ਹਨ ਤੇ ਦੇਖਦੇ ਹਨ ਕਿ ਤੁਸੀਂ ਲੋਕਾਂ ਨੇ ਅੱਗ ਬਾਲੀ ਸੀ, ਇਸ ਲਈ ਉਹ ਵੀ ਅੱਗ ਬਾਲ ਲੈਂਦੇ ਹਨ ਤੇ ਘਰੇ ਜਾਣ ਵੇਲੇ ਅੱਗ ਨੂੰ ਬੁਝਾਉਂਦੇ ਨਹੀਂ, ਜਿਸ ਨਾਲ ਸੁੱਕੀਆਂ ਪੱਤੀਆਂ ਨੂੰ ਅੱਗ ਲੱਗਦੀ ਹੈ ਤੇ ਦਰਖਤ ਵੀ ਮੱਚ ਜਾਂਦੇ ਨੇ। ਜੇਕਰ ਅਸੀਂ ਸਾਵਧਾਨੀ ਨਾ ਵਰਤੀਏ ਤਾਂ ਹੋ ਸਕਦਾ ਕਿ ਸਾਰੇ ਦਰਖਤ ਜਲ ਜਾਣ। ਜੰਗਲ ਵਿੱਚ ਅੱਗ ਬਾਲਣ ਦੇ ਜੁਰਮ ਵਿੱਚ ਤੁਹਾਨੂੰ ਸਜ਼ਾ ਵੀ ਹੋ ਸਕਦੀ ਹੈ, ਪਰੰਤੂ ਮੈਂ ਤੁਹਾਨੂੰ ਆਰਡਰ ਨਹੀਂ ਦੇਣਾ ਚਾਹੁੰਦਾ, ਤੁਹਾਡੇ ਆਨੰਦ ਵਿੱਚ ਰੁਕਾਵਟ ਨਹੀਂ ਪਾਉਣੀ ਚਾਹੁੰਦਾ। ਮੈਂ ਚਾਹੁੰਦਾ ਹਾਂ ਕਿ ਤੁਸੀਂ ਲੋਕ ਪਿਕਨਿਕ ਦਾ ਪੂਰਾ ਆਨੰਦ ਮਾਣੋ, ਪਰੰਤੂ ਕੀ ਇਹ ਬਿਹਤਰ ਨਹੀਂ ਹੋਵੇਗਾ ਕਿ ਤੁਸੀਂ ਲੋਕ ਆਲੇ ਦੁਆਲੇ ਤੋਂ ਸੁੱਕੀਆਂ ਪੱਤੀਆਂ ਹਟਾ ਦਿਓ ਤੇ ਜਾਣ ਵੇਲੇ ਅੱਗ ਨੂੰ ਧੂੜ ਮਿੱਟੀ ਨਾਲ ਢੱਕ ਦਿਓ ਤੇ ਅਗਲੀ ਵਾਰ ਜਦੋਂ ਵੀ ਤੁਸੀਂ ਲੋਕ ਅੱਗ ਬਾਲੋ ਤਾਂ ਪਹਾੜੀ ਉੱਪਰ ਬਣੇ ਹੋਏ ਸੈਂਡ ਪਿਟ ਵਿੱਚ ਹੀ ਅੱਗ ਬਾਲੋ। ਇਸ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ। ਸੁਣਨ ਲਈ ਧੰਨਵਾਦ ਬੱਚੋ, ਮौज ਕਰੋ। ਦੋਨਾਂ ਸ਼ੈਲੀਆਂ ਅੰਦਰ ਕਿੰਨਾ ਫਰਕ ਸੀ। ਇਸ ਤਰ੍ਹਾਂ ਦੀ ਸ਼ੈਲੀ ਨਾਲ ਬੱਚੇ ਸਹਿਯੋਗ ਦੇ ਮੂਡ ਵਿੱਚ ਆ ਜਾਂਦੇ ਸਨ। ਉਹ ਉਦਾਸ ਨਹੀਂ ਸਨ ਹੁੰਦੇ, ਉਹ ਮੇਰੇ ਕੋਲੋਂ ਚਿੜਦੇ ਨਹੀਂ ਸੀ। ਉਹਨਾਂ ਨੂੰ ਆਰਡਰ ਦੀ ਪਾਲਣਾ ਕਰਨ ਲਈ ਮਜਬੂਰ ਨਹੀਂ ਕੀਤਾ ਗਿਆ ਸੀ। ਉਹਨਾਂ ਨੂੰ ਆਪਣਾ ਪੱਖ ਪੇਸ਼ ਕਰਨ ਦਾ ਵੀ ਮੌਕਾ ਮਿਲ ਗਿਆ ਸੀ। ਉਹਨਾਂ ਨੂੰ ਵੀ ਚੰਗਾ ਲੱਗਦਾ ਸੀ ਤੇ ਮੈਨੂੰ ਵੀ ਵਧੀਆ ਲੱਗਦਾ ਸੀ, ਕਿਉਂਕਿ ਮੈਂ ਉਹਨਾਂ ਦਾ ਨਜ਼ਰੀਆ ਸਮਝਣ ਤੋਂ ਬਾਅਦ ਇਸ ਹਾਲਾਤ ਦਾ ਸਾਹਮਣਾ ਕੀਤਾ ਸੀ। ਜਦੋਂ ਅਸੀਂ ਸਾਹਮਣੇ ਵਾਲੇ ਵਿਅਕਤੀ ਦੇ ਨਜ਼ਰੀਏ ਨਾਲ ਚੀਜ਼ਾਂ ਨੂੰ ਦੇਖਣ ਲੱਗਦੇ ਹਾਂ ਤਾਂ ਸਾਡੀ ਸਮੱਸਿਆਵਾਂ ਅਤੇ ਤਣਾਅ ਘੱਟ ਹੋ ਜਾਂਦੇ ਨੇ। ਨਿਊ ਸਾਊਥ ਵੇਲਜ਼ ਆਸਟ੍ਰੇਲੀਆ ਦੀ ਐਲਿਜ਼ਾਬੈਥ ਨੋਵਾਕ ਆਪਣੀ ਕਾਰ ਦੇ ਪੇਮੈਂਟ ਵਿੱਚ 6 ਹਫ਼ਤੇ ਲੇਟ ਹੋ ਗਈ। ਉਹਨਾਂ ਨੇ ਦੱਸਿਆ, ਇੱਕ ਸ਼ੁੱਕਰਵਾਰ ਨੂੰ ਮੇਰੇ ਕੋਲੇ ਅਕਾਊਂਟੈਂਟ ਦਾ ਫੋਨ ਆਇਆ ਕਿ ਜੇਕਰ ਮੈਂ ਸੋਮਵਾਰ ਦੀ ਸਵੇਰ ਤੱਕ $122 ਜਮ੍ਹਾਂ ਨਹੀਂ ਕੀਤੇ ਤਾਂ ਕੰਪਨੀ ਕਾਰਵਾਈ ਕਰੇਗੀ। ਇਸ ਦੌਰਾਨ ਪੈਸੇ ਦਾ ਇੰਤਜ਼ਾਮ ਨਹੀਂ ਹੋ ਸਕਿਆ, ਇਸ ਲਈ ਜਦੋਂ ਸੋਮਵਾਰ ਦੀ ਸਵੇਰ ਉਸਦਾ ਫੋਨ ਦੁਬਾਰੇ ਆਇਆ ਤੇ ਮੈਂ ਮਾੜੇ ਤੋਂ ਮਾੜੇ ਨਤੀਜੇ ਦੀ ਕਲਪਨਾ ਕਰਨ ਲੱਗੀ, ਪਰੰਤੂ ਪਰੇਸ਼ਾਨ ਹੋਣ ਦੀ ਬਜਾਏ ਮੈਂ ਉਸਦੇ ਨਜ਼ਰੀਏ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਮੈਂ ਉਸ ਨੂੰ ਹੋਈ ਖੇਚਲ ਲਈ ਮਾफ़ੀ ਮੰਗੀ। ਮੈਂ ਕਿਹਾ ਕਿ ਉਹਨਾਂ ਗ੍ਰਾਹਕਾਂ ਵਿੱਚ ਸ਼ਾਇਦ ਮੈਂ ਹੀ ਉਹਨਾਂ ਨੂੰ ਸਭ ਤੋਂ ਜ਼ਿਆਦਾ ਤਕਲੀਫ ਦਿੰਦੀ ਹੋਵਾਂਗੀ, ਕਿਉਂਕਿ ਮੈਂ ਅਕਸਰ ਆਪਣੇ ਪੇਮੈਂਟ ਦੇਰ ਨਾਲ ਕਰਦੀ ਹਾਂ। ਤੁਰੰਤ ਉਸਦੀ ਆਵਾਜ਼ ਦੀ ਟੋਨ ਬਦਲ ਗਈ। ਉਹਨਾਂ ਨੇ ਮੈਨੂੰ ਭਰੋਸਾ ਦਿੱਤਾ ਕਿ ਇਹੋ ਜਿਹੀ ਕੋਈ ਗੱਲ ਨਹੀਂ, ਕਈ ਲੋਕ ਤਾਂ ਹੋਰ ਵੀ ਜ਼ਿਆਦਾ ਤਕਲੀਫ ਦਿੰਦੇ ਨੇ। ਉਸਨੇ ਮੈਨੂੰ ਕਈ ਮਿਸਾਲਾਂ ਦਿੱਤੀਆਂ। ਕਈ ਵਾਰ ਤਾਂ ਗ੍ਰਾਹਕ ਬਦਤਮੀਜ਼ੀ ਉੱਤੇ ਉਤਰ ਆਉਂਦੇ ਹਨ, ਕਈ ਝੂਠ ਬੋਲਦੇ ਨੇ ਅਤੇ ਜ਼ਿਆਦਾਤਰ ਤਾਂ ਉਸ ਨਾਲ ਗੱਲ ਕਰਨ ਤੋਂ ਬਚਦੇ ਹਨ। ਮੈਂ ਕੁਝ ਨਹੀਂ ਕਿਹਾ, ਮੈਂ ਸਿਰਫ ਸੁਣਦੀ ਰਹੀ
ਤੇ ਮੈਂ ਉਸ ਨੂੰ ਆਪਣੀਆਂ ਸਮੱਸਿਆਵਾਂ ਦੱਸਣ ਦਾ ਪੂਰਾ ਮੌਕਾ ਦਿੱਤਾ। ਫਿਰ ਮੇਰੇ ਬਿਨਾਂ ਕੁਝ ਕਹੇ ਉਸਨੇ ਕਿਹਾ ਕਿ ਜੇਕਰ ਮੈਂ ਫੌਰਨ ਪੂਰਾ ਪੈਸਾ ਨਾ ਦਿਆਂ ਤੇ ਕੋਈ ਗੱਲ ਨਹੀਂ, ਮੈਂ ਮਹੀਨੇ ਦੇ ਅੰਤ ਤੱਕ ਸਿਰਫ $20 ਜਮ੍ਹਾਂ ਕਰਾ ਦੇਵਾਂ ਤੇ ਬਾਕੀ ਦਾ ਪੈਸਾ ਆਪਣੀ ਸਹੂਲੀਅਤ ਨਾਲ ਚੁਕਾ ਦੇਵਾਂ। ਕੱਲ ਕਿਸੇ ਨੂੰ ਅੱਗ ਲਗਾਉਣ ਤੋਂ ਰੋਕਣ ਤੋਂ ਪਹਿਲਾਂ ਜਾਂ ਸਮਾਨ ਖਰੀਦਣ ਤੋਂ ਪਹਿਲਾਂ ਜਾਂ ਆਪਣੀ ਮਨਚਾਹੀ ਚੈਰਿਟੀ ਵਿੱਚ ਦਾਨ ਦੇਣ ਤੋਂ ਪਹਿਲਾਂ ਕਿਉਂ ਨਾ ਤੁਸੀਂ ਥੋੜ੍ਹਾ ਠਹਿਰ ਕੇ ਆਪਣੀਆਂ ਅੱਖਾਂ ਬੰਦ ਕਰ ਲਓ ਤੇ ਸਾਹਮਣੇ ਵਾਲੇ ਦੇ ਨਜ਼ਰੀਏ ਨਾਲ ਚੀਜ਼ਾਂ ਨੂੰ ਦੇਖਣ ਦਾ ਯਤਨ ਕਰੋ। ਖੁਦ ਨੂੰ ਪੁੱਛੋ ਕਿ ਸਾਹਮਣੇ ਵਾਲਾ ਇਹ ਕਿਉਂ ਕਰਨਾ ਚਾਹੁੰਦਾ ਹੈ। ਇਸ ਵਿੱਚ ਸਮਾਂ ਲੱਗੇਗਾ, ਪਰੰਤੂ ਇਸ ਨਾਲ ਤੁਹਾਡੇ ਦੁਸ਼ਮਣ ਨਹੀਂ ਬਣਨਗੇ ਤੇ ਤੁਹਾਨੂੰ ਬਿਹਤਰ ਨਤੀਜੇ ਮਿਲਣਗੇ। ਇਸ ਨਾਲ ਤਣਾਅ ਘੱਟ ਹੋਵੇਗਾ, ਤੁਹਾਡੀਆਂ ਜੁੱਤੀਆਂ ਵੀ ਨਹੀਂ ਫਟਣਗੀਆਂ। ਹਾਰਵਰਡ ਬਿਜ਼ਨਸ ਸਕੂਲ ਦੇ ਡੀਨ ਡਾਨਹੈਮ ਦਾ ਕਹਿਣਾ ਸੀ, ਮੈਂ ਕਿਸੇ ਮੀਟਿੰਗ ਤੋਂ ਪਹਿਲਾਂ ਕਿਸੇ ਵਿਅਕਤੀ ਦੇ ਆਫਿਸ ਦੇ ਸਾਹਮਣੇ ਫੁੱਟਪਾਥ ਉੱਪਰ 2 ਘੰਟੇ ਟਹਿਲਣਾ ਪਸੰਦ ਕਰਾਂਗਾ, ਪਰੰਤੂ ਮੈਂ ਬਿਨਾਂ ਇਸ ਗੱਲ ਦੀ ਕਲਪਨਾ ਕੀਤੇ ਅੰਦਰ ਨਹੀਂ ਵੜਾਂਗਾ ਕਿ ਮੈਂ ਕੀ ਕਹਿਣ ਵਾਲਾ ਹਾਂ। ਉਸ ਦੀਆਂ ਰੁਚੀਆਂ ਅਤੇ ਨਿਸ਼ਾਨੀਆਂ ਬਾਰੇ ਮੇਰੇ ਗਿਆਨ ਦੇ ਆਧਾਰ ਉੱਤੇ ਸਾਹਮਣੇ ਵਾਲਾ ਉਸ ਦਾ ਕੀ ਜਵਾਬ ਦੇਵੇਗਾ। ਇਹ ਇੰਨਾ ਮਹੱਤਵਪੂਰਨ ਵਾਕ ਹੈ, ਮੈਂ ਇਸ ਨੂੰ ਦੁਬਾਰਾ ਦੁਹਰਾਉਣਾ ਚਾਹਾਂਗਾ ਤਾਂ ਕਿ ਤੁਸੀਂ ਇਸ ਦੇ ਮਹੱਤਵ ਨੂੰ ਸਮਝ ਸਕੋ। ਮੈਂ ਕਿਸੇ ਮੀਟਿੰਗ ਤੋਂ ਪਹਿਲਾਂ ਕਿਸੇ ਵਿਅਕਤੀ ਦੇ ਆਫਿਸ ਦੇ ਸਾਹਮਣੇ ਫੁੱਟਪਾਥ ਉੱਪਰ 2 ਘੰਟੇ ਟਹਿਲਣਾ ਪਸੰਦ ਕਰਾਂਗਾ, ਪਰੰਤੂ ਮੈਂ ਬਿਨਾਂ ਇਸ ਗੱਲ ਦੀ ਕਲਪਨਾ ਕੀਤੇ ਅੰਦਰ ਨਹੀਂ ਵੜਾਂਗਾ ਕਿ ਮੈਂ ਕੀ ਕਹਿਣ ਵਾਲਾ ਹਾਂ ਅਤੇ ਉਸ ਦੀਆਂ ਰੁਚੀਆਂ ਅਤੇ ਨਿਸ਼ਾਨੀਆਂ ਬਾਰੇ ਮੇਰੇ ਗਿਆਨ ਦੇ ਆਧਾਰ ਉੱਤੇ ਸਾਹਮਣੇ ਵਾਲਾ ਉਸ ਦਾ ਕੀ ਜਵਾਬ ਦੇਵੇਗਾ। ਜੇਕਰ ਤੁਸੀਂ ਇਸ ਪੁਸਤਕ ਤੋਂ ਸਿਰਫ ਇੱਕ ਗੱਲ ਸਿੱਖ ਲਓ, ਹਮੇਸ਼ਾ ਆਪਣੇ ਨਜ਼ਰੀਏ ਦੇ ਨਾਲ ਸਾਹਮਣੇ ਵਾਲੇ ਦੇ ਨਜ਼ਰੀਏ ਤੋਂ ਸੋਚਣਾ ਤੇ ਸਾਹਮਣੇ ਵਾਲੇ ਦੇ ਨਜ਼ਰੀਏ ਨਾਲ ਦੇਖਣਾ। ਜੇਕਰ ਤੁਸੀਂ ਇਹੀ ਗੱਲ ਸਿੱਖ ਲਵੋ ਤਾਂ ਤੁਹਾਡੇ ਕਰੀਅਰ ਵਿੱਚ ਬਹੁਤ ਤਰੱਕੀ ਹੋ ਸਕਦੀ ਹੈ। ਸਿਧਾਂਤ 8ਵਾਂ, ਇਮਾਨਦਾਰੀ ਨਾਲ ਸਾਹਮਣੇ ਵਾਲੇ ਵਿਅਕਤੀ ਦਾ ਨਜ਼ਰੀਆ ਸਮਝਣ ਦੀ ਕੋਸ਼ਿਸ਼ ਕਰੋ। ਅਗਲਾ ਚੈਪਟਰ, ਲੋਕ ਕੀ ਚਾਹੁੰਦੇ ਹਨ। ਕੀ ਤੁਹਾਨੂੰ ਕਿਸੇ ਇਹੋ ਜਿਹੇ ਜਾਦੂਈ ਵਾਕ ਦੀ ਤਲਾਸ਼ ਹੈ ਜਿਹੜਾ ਬਹਿਸ ਖਤਮ ਕਰ ਦੇਵੇ, ਦੁਰਭਾਵਨਾ ਸਮਾਪਤ ਕਰ ਦੇਵੇ, ਸਦਭਾਵਨਾ ਕਾਇਮ ਕਰ ਦੇਵੇ ਅਤੇ ਸਾਹਮਣੇ ਵਾਲੇ ਵਿਅਕਤੀ ਨੂੰ ਆਪਣੀ ਗੱਲ ਧਿਆਨ ਨਾਲ ਸੁਣਨ ਲਈ ਮਜਬੂਰ ਕਰ ਦੇਵੇ? ਜੇ ਹਾਂ ਤਾਂ ਫਿਰ ਇਹ ਰਿਹਾ ਉਹ ਵਾਕ। ਮੈਂ ਤੁਹਾਨੂੰ ਬਿਲਕੁਲ ਵੀ ਦੋਸ਼ ਨਹੀਂ ਦਿੰਦਾ। ਜੇਕਰ ਮੈਂ ਤੁਹਾਡੀ ਥਾਂ ਤੇ ਹੁੰਦਾ, ਇਸ ਵਿੱਚ ਕੋਈ ਸ਼ੱਕ ਨਹੀਂ, ਮੈਂ ਵੀ ਤੁਹਾਡੇ ਵਾਂਗ ਹੀ ਸੋਚਦਾ। ਇਸ ਤਰ੍ਹਾਂ ਦੀਆਂ ਗੱਲਾਂ ਨਾਲ ਵੱਡੇ ਤੋਂ ਵੱਡਾ ਆਲੋਚਕ ਵੀ ਨਰਮ ਪੈ ਜਾਏਗਾ। ਜਦੋਂ ਤੁਸੀਂ ਇਹ ਕਹਿੰਦੇ ਹੋ ਤਾਂ ਤੁਸੀਂ 100% ਸਹੀ ਹੁੰਦੇ ਹੋ, ਕਿਉਂਕਿ ਜੇਕਰ ਤੁਸੀਂ ਉਸ ਵਿਅਕਤੀ ਦੀ ਥਾਂ ਤੇ ਹੁੰਦੇ ਤਾਂ ਨਿਸ਼ਚਿਤ ਤੌਰ ਤੇ ਉਹੀ ਕਰ ਰਹੇ ਹੁੰਦੇ ਜਿਹੜਾ ਉਹ ਕਰ ਰਿਹਾ ਹੈ। ਅਲਕੋਪੇਨ ਦਾ ਉਦਾਹਰਨ ਲਓ। ਮੰਨ ਲਓ ਜੇਕਰ ਤੁਹਾਡੇ ਕੋਲੇ ਉਸ ਦਾ ਵਰਗਾ ਸਰੀਰ, ਸੁਭਾਅ ਤੇ ਦਿਮਾਗ ਹੁੰਦਾ, ਜੇਕਰ ਤੁਹਾਨੂੰ ਉਹੀ ਮਾਹੌਲ ਮਿਲਦਾ, ਜੇਕਰ ਤੁਹਾਨੂੰ ਉਸੇ ਤਰ੍ਹਾਂ ਦਾ ਅਨੁਭਵ ਮਿਲਦਾ, ਤਾਂ ਤੁਸੀਂ ਵੀ ਬਿਲਕੁਲ ਉਸੇ ਤਰ੍ਹਾਂ ਦੇ ਹੁੰਦੇ ਜਿਵੇਂ ਉਹ ਸੀ, ਕਿਉਂਕਿ ਉਹ ਇਹਨਾਂ ਸਾਰੀਆਂ ਗੱਲਾਂ ਕਾਰਨ ਅਲਕੋਪੇਨ ਬਣਿਆ। ਉਦਾਹਰਨ ਲਈ, ਜੇਕਰ ਤੁਸੀਂ ਸੱਪ ਨਹੀਂ ਹੋ ਤਾਂ ਇਸ ਦਾ ਕਾਰਨ ਸਿਰਫ ਇਹ ਹੈ ਕਿ ਉਹ ਤੁਹਾਡੇ ਮਾਤਾ-ਪਿਤਾ ਸੱਪ ਨਹੀਂ ਹਨ। ਤੁਸੀਂ ਜੋ ਹੋ ਉਸ ਦਾ ਬਹੁਤ ਘੱਟ ਕ੍ਰੈਡਿਟ ਤੁਹਾਨੂੰ ਜਾਂਦਾ ਹੈ। ਤੇ ਯਾਦ ਰੱਖੋ, ਜੇਕਰ ਲੋਕ ਖਿਜੇ, ਬੇਅਕਲੇ ਜਾਂ ਪੱਖਪਾਤ ਨਾਲ ਗ੍ਰਸਤ ਹਨ ਤਾਂ ਇਹਨਾਂ ਦਾ ਦੋਸ਼ ਵੀ ਬਹੁਤ ਘੱਟ ਹੈ। ਉਹਨਾਂ ਬਦਕਿਸਮਤ ਵਿਅਕਤੀਆਂ ਲਈ ਤਰਸ ਕਰੋ, ਉਹਨਾਂ ਨਾਲ ਹਮਦਰਦੀ ਰੱਖੋ। ਆਪਣੇ ਆਪ ਨੂੰ ਕਹੋ, ਜੇਕਰ ਈਸ਼ਵਰ ਦੀ ਕਿਰਪਾ ਨਾ ਹੁੰਦੀ ਤਾਂ ਮੈਂ ਇਸ ਦੀ ਜਗ੍ਹਾ ਹੋ ਸਕਦਾ ਸੀ। ਤੁਸੀਂ ਜਿਨ੍ਹਾਂ ਲੋਕਾਂ ਨੂੰ ਮਿਲਦੇ ਹੋ ਉਹਨਾਂ ਵਿੱਚ 3/4 ਹਮਦਰਦ ਦੇ ਭੁੱਖੇ ਹੁੰਦੇ ਹਨ। ਤੁਸੀਂ ਉਹਨਾਂ ਨੂੰ ਹਮਦਰਦੀ ਦਿਓਗੇ, ਉਹ ਤੁਹਾਡੇ ਨਾਲ ਪ੍ਰੇਮ ਕਰਨ ਲੱਗਣਗੇ। ਮੈਂ ਇੱਕ ਵਾਰ ਲਿਟਲ ਵੀਮਨ ਦੀ ਲੇਖਿਕਾ ਲੂਇਸ ਤੇ ਇੱਕ ਰੇਡੀਓ ਵਾਰਤਾ ਦਿੱਤੀ ਸੀ। ਉਹ ਜਾਣਦੇ ਸਨ ਕਿ ਉਹ ਮੈਸੇਚੂਟਸ ਤੇ ਕਾਨਕਾਰਡ ਵਿੱਚ ਰਹਿੰਦੀ ਸੀ ਤੇ ਉੱਥੇ ਆਪਣੀਆਂ ਪੁਸਤਕਾਂ ਲਿਖੀਆਂ ਸਨ, ਪਰੰਤੂ ਮੈਂ ਬਿਨਾਂ ਸੋਚੇ ਸਮਝੇ ਇਹ ਕਹਿ ਦਿੱਤਾ ਕਿ ਮੈਂ ਉਹਨਾਂ ਨਾਲ ਨਿਊ ਹੈਂਪਸ਼ਾਇਰ ਦੇ ਕਾਨਕਾਰਡ ਵਿੱਚ ਮਿਲਿਆ। ਜੇਕਰ ਮੈਂ ਨਿਊ ਹੈਂਪਸ਼ਾਇਰ ਦਾ ਜ਼ਿਕਰ ਕੇਵਲ ਇੱਕ ਵਾਰੀ ਕੀਤਾ ਹੁੰਦਾ ਤਾਂ ਮੈਨੂੰ ਮਾਫ਼ ਕੀਤਾ ਜਾ ਸਕਦਾ ਸੀ, ਪਰੰਤੂ ਇਹ ਗਲਤੀ ਮੈਂ 2 ਵਾਰ ਕੀਤੀ ਸੀ। ਮੇਰੇ ਕੋਲ ਖੱਤ ਅਤੇ ਟੈਲੀਗ੍ਰਾਮਾਂ ਦਾ ਢੇਰ ਲੱਗ ਗਿਆ, ਜਿਨ੍ਹਾਂ ਵਿੱਚ ਮੇਰੀ ਗਲਤੀ ਤੇ ਮੈਨੂੰ ਕਾਫੀ ਮੰਦਾ ਚੰਗਾ ਕਿਹਾ ਗਿਆ। ਕਈ ਤਾਂ ਬੜੇ ਗੁੱਸੇ ਵਿੱਚ ਲਿਖੇ ਸਨ ਤੇ ਕੁਝ ਅਪਮਾਨਜਨਕ। ਕਾਲਿੰਡੀਅਲ ਨਾਮ ਦੀ ਮਹਿਲਾ ਜਿਹੜੀ ਕਾਨਕਾਰਡ ਵਿੱਚ ਵੱਡੀ ਹੋਈ ਸੀ ਤੇ ਜੋ ਹੁਣ ਫਿਲਾਡੈਲਫੀਆ ਵਿੱਚ ਰਹਿੰਦੀ ਸੀ, ਉਸਨੇ ਮੇਰੇ ਤੇ ਆਪਣਾ ਪੂਰਾ ਗੁੱਸਾ ਉਤਾਰ ਦਿੱਤਾ। ਜੇਕਰ ਮੈਂ ਇਹ ਕਿਹਾ ਹੁੰਦਾ ਕਿ ਮਿਸ ਆਲਕਟ ਨਿਊਗਨੀ ਦੀ ਆਦਮਖੋਰ ਹੈ ਤਾਂ ਉਹ ਵੀ ਇਸ ਤੋਂ ਜ਼ਿਆਦਾ ਅਪਮਾਨ ਨਹੀਂ ਸੀ ਕਰ ਸਕਦੀ। ਉਸ ਦਾ ਖੱਤ ਪੜ੍ਹਨ ਤੋਂ ਬਾਅਦ ਮੈਂ ਆਪਣੇ ਆਪ ਨੂੰ ਕਿਹਾ, ਮੇਰੀ ਖੁਸ਼ਕਿਸਮਤੀ ਹੈ ਕਿ ਮੇਰਾ ਇਸ ਮਹਿਲਾ ਨਾਲ ਵਿਆਹ ਨਹੀਂ ਹੋਇਆ। ਮੈਂ ਉਸ ਨੂੰ ਇਹ ਦੱਸਣਾ ਚਾਹੁੰਦਾ ਸੀ ਕਿ ਮੈਂ ਭੂਗੋਲ ਨਾਲ ਸੰਬੰਧਿਤ ਇੱਕ ਭੁੱਲ ਜ਼ਰੂਰ ਕੀਤੀ ਸੀ, ਪਰੰਤੂ ਉਸਨੇ ਮਨੁੱਖੀ ਸੰਬੰਧਾਂ ਨਾਲ ਸੰਬੰਧਿਤ ਆਮ ਜਿਹੀ ਨਿਮਰਤਾ ਦੀ ਮੇਰੇ ਤੋਂ ਵੱਡੀ ਭੁੱਲ ਕੀਤੀ। ਇਹ ਮੇਰਾ ਪਹਿਲਾ ਵਾਕ ਹੁੰਦਾ। ਫਿਰ ਮੈਂ ਆਪਣੀਆਂ ਬਾਹਾਂ ਚਾੜ ਕੇ ਉਸ ਨੂੰ ਦੱਸਣਾ ਚਾਹੁੰਦਾ ਸੀ ਕਿ ਉਸਦੇ ਮੇਰੇ ਬਾਰੇ ਕੀ ਵਿਚਾਰ ਹਨ, ਪਰੰਤੂ ਮੈਂ ਇਸ ਤਰ੍ਹਾਂ ਨਹੀਂ ਕੀਤਾ। ਮੈਂ ਆਪਣੇ ਆਪ ਨੂੰ ਕਾਬੂ ਵਿੱਚ ਰੱਖਿਆ। ਮੈਂ ਮਹਿਸੂਸ ਕੀਤਾ ਕਿ ਕੋਈ ਵੀ ਮੂਰਖ ਇਸ ਤਰ੍ਹਾਂ ਕਰ ਸਕਦਾ ਸੀ ਅਤੇ ਜ਼ਿਆਦਾਤਰ ਮੂਰਖ ਇਹੀ ਕਰਦੇ ਹਨ। ਮੈਂ ਮੂਰਖਾਂ ਦੀ ਸ਼੍ਰੇਣੀ ਤੋਂ ਉੱਪਰ ਉੱਠਣਾ ਚਾਹੁੰਦਾ ਸੀ, ਇਸ ਲਈ ਮੈਂ ਉਸਦੀ ਦੁਸ਼ਮਣੀ ਨੂੰ ਦੋਸਤੀ ਵਿੱਚ ਬਦਲਣ ਦੀ ਕੋਸ਼ਿਸ਼ ਕਰਨ ਦਾ ਨਿਸ਼ਚਾ ਕੀਤਾ। ਇਹ ਇੱਕ ਚੁਣੌਤੀ ਸੀ, ਇੱਕ ਤਰ੍ਹਾਂ ਦੀ ਖੇਡ ਜਿਹੜੀ ਮੈਂ ਖੇਡ ਰਿਹਾ ਸੀ। ਮੈਂ ਆਪਣੇ ਆਪ ਨੂੰ ਕਿਹਾ, ਜੇਕਰ ਮੈਂ ਉਸਦੀ ਜਗ੍ਹਾ ਉੱਤੇ ਹੁੰਦਾ ਤਾਂ ਸ਼ਾਇਦ ਮੈਂ ਵੀ ਇਸੇ ਤਰ੍ਹਾਂ ਦਾ ਖੱਤ ਲਿਖਿਆ ਹੁੰਦਾ।
ਇਸ ਲਈ ਮੈਂ ਉਸਦੇ ਨਜ਼ਰੀਏ ਪ੍ਰਤੀ ਸਹਾਨੂਭੂਤੀਪੂਰਨ ਦ੍ਰਿਸ਼ਟੀਕੋਣ ਰੱਖਿਆ। ਅਗਲੀ ਵਾਰ ਜਦੋਂ ਮੈਂ ਫਿਲਾਡੈਲਫੀਆ ਗਿਆ ਤਾਂ ਮੈਂ ਉਸ ਨੂੰ ਫੋਨ ਕੀਤਾ ਤੇ ਸਾਡੀ ਚਰਚਾ ਕੁਝ ਇਸ ਤਰ੍ਹਾਂ ਹੋਈ। ਮੈਂ ਉਸ ਨੂੰ ਕਿਹਾ, ਮਿਸਿਸ, ਤੁਸੀਂ ਕੁਝ ਹਫ਼ਤੇ ਪਹਿਲਾਂ ਮੈਨੂੰ ਖੱਤ ਲਿਖਿਆ ਸੀ ਤੇ ਮੈਂ ਤੁਹਾਨੂੰ ਧੰਨਵਾਦ ਦੇਣਾ ਚਾਹੁੰਦਾ ਹਾਂ। ਉਹ ਸੁਸ਼ੀਲ ਲਹਿਜੇ ਵਿੱਚ, ਕੌਣ ਬੋਲ ਰਿਹਾ ਹੈ? ਮੈਂ ਕਿਹਾ, ਮੈਂ ਤੁਹਾਡੇ ਲਈ ਅਜਨਬੀ ਹਾਂ, ਮੇਰਾ ਨਾਮ ਡੇਲ ਕਾਰਨੇਗੀ ਹੈ। ਤੁਸੀਂ ਕੁਝ ਸਮਾਂ ਪਹਿਲਾਂ ਲੂਇਸਾ ਮੈਂ ਅਲਕਾਟ ਤੇ ਰੇਡੀਓ ਵਾਰਤਾ ਸੁਣੀ ਸੀ। ਮੈਂ ਕਹਿਣ ਦਾ ਮੁਆਫੀ ਲਾਇਕ ਗੁਨਾਹ ਕੀਤਾ ਸੀ ਕਿ ਲੂਇਸਾ ਮੈਂ ਹੈਂਪਸ਼ਾਇਰ ਦੀ ਕਾਨਕੜ ਵਿੱਚ ਰਹਿੰਦੀ ਸੀ। ਇਹ ਬਹੁਤ ਹੀ ਮੂਰਖਤਾਪੂਰਨ ਗਲਤੀ ਸੀ ਤੇ ਮੈਂ ਇਸ ਲਈ ਮਾਫੀ ਮੰਗਣਾ ਚਾਹੁੰਦਾ ਹਾਂ। ਮੈਨੂੰ ਬਹੁਤ ਚੰਗਾ ਲੱਗਿਆ ਕਿ ਤੁਸੀਂ ਮੇਰੀ ਗਲਤੀ ਦੱਸਣ ਲਈ ਸਮਾਂ ਕੱਢਿਆ। ਉਸਨੇ ਕਿਹਾ, ਮੈਨੂੰ ਇੰਨਾ ਕਰੜਾ ਖੱਤ ਲਿਖਣ ਲਈ ਅਫਸੋਸ ਹੈ ਮਿਸਟਰ ਕਾਰਨੇਗੀ। ਮੈਂ ਆਪਣਾ ਆਪਾ ਖੋ ਬੈਠੀ ਸੀ। ਮੈਂ ਤੁਹਾਡੇ ਕੋਲੋਂ ਮਾਫੀ ਮੰਗਣਾ ਚਾਹੁੰਦੀ ਹਾਂ। ਮੈਂ ਕਿਹਾ, ਨਹੀਂ, ਤੁਹਾਨੂੰ ਨਹੀਂ, ਮਾਫੀ ਤਾਂ ਮੈਨੂੰ ਮੰਗਣੀ ਚਾਹੀਦੀ ਹੈ। ਸਕੂਲ ਜਾਣ ਵੇਲੇ ਕਿਸੇ ਵੀ ਬੱਚੇ ਨੂੰ ਮੇਰੇ ਤੋਂ ਜ਼ਿਆਦਾ ਗਿਆਨ ਹੋਣਾ ਚਾਹੀਦਾ ਸੀ। ਮੈਂ ਕਿਹਾ, ਨਹੀਂ, ਤੁਹਾਨੂੰ ਨਹੀਂ, ਮਾਫੀ ਤਾਂ ਮੈਨੂੰ ਮੰਗਣੀ ਚਾਹੀਦੀ ਹੈ। ਸਕੂਲ ਜਾਣ ਵਾਲੇ ਕਿਸੇ ਵੀ ਬੱਚੇ ਨੂੰ ਮੇਰੇ ਤੋਂ ਜ਼ਿਆਦਾ ਗਿਆਨ ਹੋਵੇਗਾ। ਮੈਂ ਅਗਲੇ ਐਤਵਾਰ ਨੂੰ ਰੇਡੀਓ ਉੱਤੇ ਮਾਫੀ ਮੰਗਣੀ ਚਾਹੁੰਦਾ ਹਾਂ। ਉਸਨੇ ਕਿਹਾ, ਮੈਂ ਮੈਸਚੀਟਿਊਸ ਦੇ ਕਾਨਕਾੜ ਵਿੱਚ ਪੈਦਾ ਹੋਈ ਹਾਂ। ਮੇਰਾ ਪਰਿਵਾਰ 2 ਸਦੀਆਂ ਤੋਂ ਉੱਥੇ ਦਾ ਇੱਕ ਮਹੱਤਵਪੂਰਨ ਪਰਿਵਾਰ ਹੈ ਤੇ ਮੈਨੂੰ ਆਪਣੇ ਪਦਾਇਸ਼ੀ ਰਾਜ ਉੱਤੇ ਬਹੁਤ ਮਾਣ ਹੈ। ਇਸੇ ਵਜ੍ਹਾ ਨਾਲ ਦਰਅਸਲ ਮੈਂ ਸੁਣ ਕੇ ਦੁਖੀ ਹੋ ਗਈ ਸੀ ਕਿ ਮਿਸ ਅਲਕਟ ਹੈਂਪਸ਼ਾਇਰ ਵਿੱਚ ਰਹਿੰਦੀ ਸੀ। ਹੁਣ ਮੈਂ ਆਪਣੇ ਲਿਖੇ ਹੋਏ ਖੱਤ ਉੱਤੇ ਸ਼ਰਮਿੰਦਾ ਹਾਂ। ਮੈਂ ਕਿਹਾ, ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਤੁਸੀਂ ਉਨੀ ਸ਼ਰਮਿੰਦਾ ਨਹੀਂ ਹੋਵੋਗੇ ਜਿੰਨਾ ਕਿ ਮੈਂ ਹਾਂ। ਮੇਰੀ ਗਲਤੀ ਨਾਲ ਮੈਸੈਚਿਉਸੇਟਸ ਨੂੰ ਉਨੀ ਸੱਟ ਨਹੀਂ ਪਹੁੰਚੀ ਜਿੰਨੀ ਕਿ ਮੈਨੂੰ ਪਹੁੰਚੀ ਹੈ। ਬਹੁਤ ਘੱਟ ਵਾਰ ਇਸ ਤਰ੍ਹਾਂ ਦਾ ਹੁੰਦਾ ਕਿ ਤੁਹਾਡੇ ਵਰਗੇ ਸੁਸ਼ੀਲ ਲੋਕ ਰੇਡੀਓ ਉੱਪਰ ਬੋਲਣ ਵਾਲਿਆਂ ਨੂੰ ਖੱਤ ਲਿਖਣ ਲਈ ਸਮਾਂ ਕੱਢਦੇ ਹਨ। ਮੈਨੂੰ ਆਸ ਹੈ ਕਿ ਭਵਿੱਖ ਵਿੱਚ ਵੀ ਤੁਸੀਂ ਮੈਨੂੰ ਮੇਰੀਆਂ ਗਲਤੀਆਂ ਦੱਸਣ ਲਈ ਸਮਾਂ ਕੱਢ ਪਾਓਗੇ। ਉਸਨੇ ਕਿਹਾ, ਤੁਸੀਂ ਜਿਵੇਂ ਆਪਣੀ ਆਲੋਚਨਾ ਨੂੰ ਲਿਆ ਹੈ, ਮੈਨੂੰ ਉਹ ਤਰੀਕਾ ਬਹੁਤ ਪਸੰਦ ਆਇਆ। ਤੁਸੀਂ ਭਲੇ ਆਦਮੀ ਹੋਵੋਗੇ। ਮੈਂ ਤੁਹਾਨੂੰ ਮਿਲਣਾ ਚਾਹਾਂਗੀ। ਕਿਉਂਕਿ ਮੈਂ ਮਾਫੀ ਮੰਗੀ ਸੀ, ਉਸਦੇ ਨਜ਼ਰੀਏ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਸੀ, ਇਸ ਲਈ ਉਸਨੇ ਵੀ ਮਾਫੀ ਮੰਗੀ ਤੇ ਮੇਰੇ ਨਜ਼ਰੀਏ ਪ੍ਰਤੀ ਸਹਾਨੂਭੂਤੀ ਪ੍ਰਗਟ ਕੀਤੀ। ਮੈਨੂੰ ਆਪਣੇ ਗੁੱਸੇ ਉੱਪਰ ਕਾਬੂ ਰੱਖਣ ਦਾ ਸੰਤੋਖ ਤੇ ਮਿਲਿਆ ਹੀ, ਅਪਮਾਨ ਦੇ ਬਦਲੇ ਵਿੱਚ ਦਿਆਲਤਾ ਦੇਣ ਦਾ ਸੁੱਖ ਵੀ ਮਿਲਿਆ। ਉਸਨੂੰ ਸ਼ੂਲਕਿਲ ਨਦੀ ਵਿੱਚ ਕੁੱਦਣ ਦੀ ਸਲਾਹ ਦੇਣ ਦੀ ਬਜਾਏ ਮੈਨੂੰ ਆਪਣਾ ਪ੍ਰਸ਼ੰਸਕ ਬਣਾਉਣ ਵਿੱਚ ਜ਼ਿਆਦਾ ਆਨੰਦ ਮਿਲਿਆ। ਵਾਈਟ ਹਾਊਸ ਵਿੱਚ ਆਉਣ ਵਾਲੇ ਹਰ ਪ੍ਰੈਜ਼ੀਡੈਂਟ ਦੇ ਸਾਹਮਣੇ ਮਨੁੱਖੀ ਸਬੰਧਾਂ ਦੀਆਂ ਕੰਡਿਆਲੀ ਸਮੱਸਿਆਵਾਂ ਤਕਰੀਬਨ ਹਰ ਰੋਜ਼ ਆਉਂਦੀਆਂ ਹਨ। ਪ੍ਰੈਜ਼ੀਡੈਂਟ ਟੇਫਿਟ ਵੀ ਇਸ ਦੇ ਅਪਵਾਦ ਨਹੀਂ ਸਨ। ਉਹਨਾਂ ਨੇ ਆਪਣੇ ਤਜਰਬਿਆਂ ਨਾਲ ਸਿੱਖਿਆ ਕਿ ਡਾਢੀਆਂ ਭਾਵਨਾਵਾਂ ਦੇ ਤੇਜ਼ਾਬ ਨੂੰ ਹਮਦਰਦੀ ਦੇ ਰਸਾਇਣ ਨਾਲ ਕਿਵੇਂ ਬੇਅਸਰ ਕੀਤਾ ਜਾ ਸਕਦਾ ਹੈ। ਆਪਣੀ ਪੁਸਤਕ ਐਥਿਕਸ ਇਨ ਸਰਵਿਸ ਵਿੱਚ ਟੇਫਿਟ ਦੱਸਦੇ ਹਨ ਕਿ ਉਹਨਾਂ ਨੇ ਕਿਸ ਤਰ੍ਹਾਂ ਇੱਕ ਨਿਰਾਸ਼ ਅਤੇ ਅਤ ਉਤਸ਼ਾਹੀ ਮਾਂ ਦੇ ਗੁੱਸੇ ਨੂੰ ਠੰਡਾ ਕੀਤਾ। ਟੈਫਿਟ ਲਿਖਦੇ ਹਨ, ਵਾਸ਼ਿੰਗਟਨ ਦੀ ਇੱਕ ਮਹਿਲਾ ਜਿਸ ਦੇ ਪਤੀ ਦਾ ਕੁਝ ਰਾਜਸੀ ਪ੍ਰਭਾਵ ਸੀ ਮੇਰੇ ਕੋਲੇ ਆਈ ਅਤੇ 6 ਹਫ਼ਤਿਆਂ ਤੱਕ ਮੈਨੂੰ ਇਹ ਕਹਿੰਦੀ ਰਹੀ ਕਿ ਮੈਂ ਉਸਦੇ ਪੁੱਤਰ ਨੂੰ ਇੱਕ ਅਹੁਦੇ ਉੱਤੇ ਨਿਯੁਕਤ ਕਰ ਦਿਆਂ। ਉਸਨੇ ਕਾਫੀ ਵੱਡੀ ਗਿਣਤੀ ਵਿੱਚ ਸੈਨੇਟਸ ਅਤੇ ਪਾਰਲੀਮੈਂਟ ਮੈਂਬਰਾਂ ਦੀ ਸਹਾਇਤਾ ਵੀ ਲਈ। ਉਹਨਾਂ ਨੇ ਆ ਕੇ ਇਹ ਸੁਨਿਸ਼ਚਿਤ ਕੀਤਾ ਕਿ ਉਹ ਪੂਰੀ ਤਾਕਤ ਦੇ ਨਾਲ ਉਸਦੇ ਸਮਰਥਨ ਵਿੱਚ ਬੋਲੇ ਤੇ ਇਸ ਅਹੁਦੇ ਲਈ ਤਕਨੀਕੀ ਯੋਗਤਾ ਦੀ ਲੋੜ ਸੀ ਅਤੇ ਬਿਊਰੋ ਮੁਖੀ ਦੀ ਸਿਫਾਰਿਸ਼ ਦਾ ਪਾਲਣ ਕਰਦਿਆਂ ਮੈਂ ਕਿਸੇ ਹੋਰ ਵਿਅਕਤੀ ਨੂੰ ਉਸ ਅਹੁਦੇ ਉੱਤੇ ਨਿਯੁਕਤ ਕਰ ਦਿੱਤਾ। ਇਸ ਤੋਂ ਬਾਅਦ ਮੈਨੂੰ ਉਸ ਮਾਂ ਦਾ ਇੱਕ ਖੱਤ ਮਿਲਿਆ ਜਿਸ ਵਿੱਚ ਉਸਨੇ ਕਿਹਾ ਕਿ ਮੈਂ ਬਹੁਤ ਨਾਸ਼ੁਕਰਾ ਸੀ ਕਿਉਂਕਿ ਮੈਂ ਉਸਦੀ ਖੁਸ਼ੀ ਖੋ ਲਈ ਸੀ ਜਿਹੜੀ ਕਿ ਮੇਰੇ ਹੱਥਾਂ ਵਿੱਚ ਸੀ। ਉਸਨੇ ਇਹ ਵੀ ਸ਼ਿਕਾਇਤ ਕੀਤੀ ਕਿ ਉਸਨੇ ਆਪਣੇ ਸਟੇਟ ਡੈਲੀਗੇਸ਼ਨ ਨਾਲ ਮਿਹਨਤ ਕਰਕੇ ਇੱਕ ਪ੍ਰਬੰਧਕੀ ਬਿੱਲ ਲਈ ਉਹ ਸਾਰੇ ਵੋਟ ਵੀ ਜੁਟਾ ਲਏ ਸਨ ਜਿਸ ਵਿੱਚ ਮੇਰੀ ਵਿਸ਼ੇਸ਼ ਰੁਚੀ ਸੀ ਤੇ ਇਸ ਦੇ ਬਦਲੇ ਵਿੱਚ ਮੈਂ ਉਸ ਨੂੰ ਸਹੀ ਇਨਾਮ ਦਿੱਤਾ ਸੀ। ਜਦੋਂ ਇਸ ਤਰ੍ਹਾਂ ਦਾ ਖੱਤ ਤੁਹਾਨੂੰ ਮਿਲਦਾ ਹੈ ਤਾਂ ਤੁਹਾਡੇ ਮਨ ਵਿੱਚ ਪਹਿਲੀ ਗੱਲ ਇਹ ਆਉਂਦੀ ਹੈ ਕਿ ਤੁਸੀਂ ਇਹੋ ਜਿਹੇ ਵਿਅਕਤੀ ਨਾਲ ਕਿਹੋ ਜਿਹਾ ਵਿਵਹਾਰ ਕਰੋਗੇ ਜਿਸ ਨੇ ਤੁਹਾਡੇ ਨਾਲ ਬਦਸਲੂਕੀ ਕੀਤੀ ਹੋਵੇ ਜਾਂ ਕੁਝ ਹੱਦ ਤੱਕ ਅਸਭਿਅਤਾ ਦਾ ਪਰਿਚੈ ਦਿੱਤਾ ਹੋਵੇ। ਫਿਰ ਤੁਸੀਂ ਉਸ ਨੂੰ ਜਵਾਬ ਲਿਖਣ ਬਹਿ ਜਾਂਦੇ ਹੋ। ਜੇਕਰ ਤੁਸੀਂ ਸਿਆਣੇ ਹੋ ਤਾਂ ਤੁਸੀਂ ਉਸ ਖੱਤ ਨੂੰ ਡਰਾਅਰ ਵਿੱਚ ਰੱਖ ਦਿੰਦੇ ਹੋ ਤੇ ਡਰਾਅਰ ਉੱਤੇ ਤਾਲਾ ਲਾ ਦਿੰਦੇ ਹੋ। ਇਸ ਨੂੰ 2 ਦਿਨ ਬਾਅਦ ਬਾਹਰ ਕੱਢੋ। ਇਸ ਤਰ੍ਹਾਂ ਦੇ ਖੱਤਾਂ ਦਾ ਜਵਾਬ ਦੇਣ ਵਿੱਚ ਹਮੇਸ਼ਾ 2 ਦਿਨ ਦਾ ਸਮਾਂ ਲੈਣਾ ਚਾਹੀਦਾ ਹੈ ਤੇ ਜਦੋਂ ਤੁਸੀਂ ਇੰਨੇ ਨੂੰ ਸਮੇਂ ਬਾਅਦ ਬਾਹਰ ਕੱਢਦੇ ਹੋ ਤਾਂ ਤੁਸੀਂ ਇਸ ਨੂੰ ਨਹੀਂ ਭੇਜੋਗੇ। ਇਹੀ ਰਾਹ ਮੈਂ ਅਪਣਾਇਆ। ਇਸ ਤੋਂ ਬਾਅਦ ਮੈਂ ਬੈਠਿਆ ਤੇ ਮੈਂ ਉਸ ਨੂੰ ਬਹੁਤ ਹੀ ਨਿਮਰਤਾ ਨਾਲ ਖੱਤ ਲਿਖਿਆ। ਮੈਂ ਉਸ ਨੂੰ ਦੱਸਿਆ ਕਿ ਇਹਨਾਂ ਹਾਲਾਤਾਂ ਵਿੱਚ ਕਿਸੇ ਵੀ ਮਾਂ ਦਾ ਦਿਲ ਕਿੰਨਾ ਦੁਖੀ ਹੋਵੇਗਾ, ਇਹ ਮੈਂ ਸਮਝ ਸਕਦਾ, ਪਰ ਦਰਅਸਲ ਇਸ ਨਿਯੁਕਤੀ ਵਿੱਚ ਮੇਰੀ ਨਿੱਜੀ ਭਾਵਨਾਵਾਂ ਲਈ ਕੋਈ ਥਾਂ ਨਹੀਂ ਸੀ। ਮੈਨੂੰ ਤਕਨੀਕੀ ਯੋਗਤਾ ਵਾਲੇ ਵਿਅਕਤੀ ਨੂੰ ਚੁਣਨਾ ਸੀ ਤੇ ਇਸੇ ਵਜ੍ਹਾ ਨਾਲ ਮੈਨੂੰ ਬਿਊਰੋ ਮੁਖੀ ਦੀ ਸਿਫਾਰਿਸ਼ ਦਾ ਪਾਲਣ ਕਰਨਾ ਪਿਆ। ਮੈਂ ਆਸ ਵਿਅਕਤ ਕੀਤੀ ਕਿ ਉਸ ਦਾ ਪੁੱਤਰ ਵਰਤਮਾਨ ਅਹੁਦੇ ਉੱਪਰ ਰਹਿੰਦਿਆਂ ਵੀ ਵੱਡੀਆਂ ਪ੍ਰਾਪਤੀਆਂ ਹਾਸਲ ਕਰ ਸਕੇਗਾ। ਇਸ ਨਾਲ ਉਸ ਦਾ ਗੁੱਸਾ ਠੰਡਾ ਪੈ ਗਿਆ। ਉਸਨੇ ਮੈਨੂੰ ਦੂਜਾ ਖੱਤ ਲਿਖਿਆ ਜਿਸ ਵਿੱਚ ਉਸਨੇ ਕਿਹਾ ਕਿ ਉਹ ਆਪਣੇ ਪਹਿਲੇ ਲਿਖੇ ਹੋਏ ਖੱਤ ਲਈ ਸ਼ਰਮਿੰਦਾ ਹੈ, ਪਰੰਤੂ ਮੈਂ ਜਿਹੜੀ ਨਿਯੁਕਤੀ ਕੀਤੀ ਸੀ ਉਸ ਨੂੰ ਪਾਰਲੀਮੈਂਟ ਵਿੱਚ ਮਨਜ਼ੂਰੀ ਮਿਲਣ ਅੰਦਰ ਥੋੜ੍ਹਾ ਵਕਤ ਲੱਗ ਗਿਆ। ਕੁਝ ਸਮਾਂ ਬਾਅਦ ਮੈਨੂੰ ਇੱਕ ਹੋਰ ਖੱਤ ਮਿਲਿਆ ਜਿਹੜਾ ਉਸਦੇ ਪਤੀ ਦੇ ਨਾਮ ਲਿਖਿਆ ਗਿਆ ਸੀ।
ਹਾਲਾਂਕਿ ਹੈਂਡਰਾਈਟਿੰਗ ਵੀ ਮਹਿਲਾ ਦੇ ਲਿਖੇ ਖੱਤਾਂ ਵਾਂਗ ਹੀ ਸੀ। ਇਸ ਖੱਤ ਵਿੱਚ ਮੈਨੂੰ ਦੱਸਿਆ ਗਿਆ ਕਿ ਉਸ ਔਰਤ ਨੂੰ ਇੰਨੀ ਨਿਰਾਸ਼ਾ ਹੋਈ ਸੀ ਕਿ ਉਹ ਬੁਰੀ ਤਰ੍ਹਾਂ ਬਿਮਾਰ ਹੋ ਗਈ। ਉਸਨੇ ਬਿਸਤਰਾ ਫੜ ਲਿਆ ਸੀ। ਉਸਦੇ ਢਿੱਡ ਵਿੱਚ ਗੰਭੀਰ ਕੈਂਸਰ ਹੋ ਗਿਆ। ਕੀ ਮੈਂ ਆਪਣੇ ਸੁਝਾਏ ਗਏ ਪਹਿਲੇ ਨਾਂ ਨੂੰ ਵਾਪਸ ਲੈ ਕੇ ਉਸਦੇ ਪੁੱਤਰ ਨੂੰ ਨਿਯੁਕਤੀ ਦੇ ਕੇ ਉਸ ਔਰਤ ਨੂੰ ਫਿਰ ਤੋਂ ਸਿਹਤਯਾਬ ਨਹੀਂ ਕਰਨਾ ਚਾਹੁੰਦਾ? ਮੈਨੂੰ ਇੱਕ ਹੋਰ ਖੱਤ ਲਿਖਣਾ ਪਿਆ, ਇਸ ਵਾਰ ਉਸਦੇ ਪਤੀ ਨੂੰ, ਜਿਸ ਵਿੱਚ ਮੈਂ ਲਿਖਿਆ ਕਿ ਸ਼ਾਇਦ ਟੈਸਟ ਤੋਂ ਬਾਅਦ ਉਸਦੇ ਕੈਂਸਰ ਦਾ ਡਾਇਗਨੋਸ ਗਲਤ ਨਿਕਲੇ। ਮੈਂ ਹਮਦਰਦੀ ਵਿਅਕਤ ਕੀਤੀ ਕਿ ਉਸਦੀ ਪਤਨੀ ਗੰਭੀਰ ਬਿਮਾਰੀ ਨੂੰ ਲੈ ਕੇ ਮੈਂ ਉਸਦੇ ਦੁੱਖ ਨੂੰ ਸਮਝ ਸਕਦਾ, ਪਰੰਤੂ ਆਪਣੇ ਸੁਝਾਏ ਗਏ ਨਾਮ ਨੂੰ ਵਾਪਸ ਲੈਣਾ ਮੇਰੇ ਲਈ ਸੰਭਵ ਨਹੀਂ ਹੈ। ਪਾਰਲੀਮੈਂਟ ਨੇ ਮੇਰੇ ਸੁਝਾਏ ਗਏ ਨਾਮ ਉੱਪਰ ਮਨਜ਼ੂਰੀ ਦੇ ਦਿੱਤੀ। ਉਸਦੇ ਖੱਤ ਮਿਲਣ ਤੋਂ 2 ਦਿਨ ਬਾਅਦ ਹੀ ਅਸੀਂ ਵਾਈਟ ਹਾਊਸ ਅੰਦਰ ਇੱਕ ਸੰਗੀਤ ਸਮਾਗਮ ਦਾ ਆਯੋਜਨ ਕੀਤਾ। ਮਿਸਿਸ ਟੈਫਟ ਅਤੇ ਮੈਨੂੰ ਸਭ ਤੋਂ ਪਹਿਲਾਂ ਇਹਨਾਂ ਪਤੀ ਪਤਨੀ ਨੇ ਵਧਾਈ ਦਿੱਤੀ। ਹਾਲਾਂਕਿ ਇਹ ਪਤਨੀ ਹਾਲ ਹੀ ਵਿੱਚ ਗੰਭੀਰ ਤੌਰ ਤੇ ਬਿਮਾਰ ਹੋ ਕੇ ਬਿਸਤਰੇ ਉੱਪਰ ਪਈ ਹੋਈ ਸੀ। ਜੇ ਮੈਗਮ ਓਕਲਾਹਾਮਾ ਦੇ ਟੁਲਸਾ ਵਿੱਚ ਲਿਫਟ ਮੇਨਟੇਨੈਂਸ ਕੰਪਨੀ ਦਾ ਪ੍ਰਤੀਨਿਧੀ ਸੀ। ਉਹਨਾਂ ਕੋਲੇ ਟੁਲਸਾ ਦੇ ਇੱਕ ਵੱਡੇ ਹੋਟਲ ਦੀ ਲਿਫਟ ਦਾ ਮੁਰੰਮਤ ਦਾ ਠੇਕਾ ਸੀ। ਹੋਟਲ ਦਾ ਮੈਨੇਜਰ 2 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਲਿਫਟ ਬੰਦ ਕਰਕੇ ਹੋਟਲ ਦੇ ਗ੍ਰਾਹਕਾਂ ਨੂੰ ਪਰੇਸ਼ਾਨ ਨਹੀਂ ਸੀ ਕਰਨਾ ਚਾਹੁੰਦਾ। ਮੁਰੰਮਤ ਲਈ ਘੱਟੋ ਘੱਟ 8 ਘੰਟਿਆਂ ਦਾ ਸਮਾਂ ਚਾਹੀਦਾ ਸੀ ਤੇ ਮੇਨਟੇਨੈਂਸ ਕੰਪਨੀ ਵਿੱਚ ਇੱਕ ਵਿਸ਼ੇਸ਼ ਤੌਰ ਤੇ ਸਿੱਖਿਅਤ ਵਿਅਕਤੀ ਹਮੇਸ਼ਾ ਹੋਟਲ ਦੀ ਸੁਵਿਧਾ ਅਨੁਸਾਰ ਉਪਲਬਧ ਨਹੀਂ ਸੀ ਰਹਿੰਦਾ। ਜਦੋਂ ਮਿਸਟਰ ਮੈਗਮ ਨੇ ਇਸ ਕੰਮ ਲਈ ਆਪਣੇ ਸਭ ਤੋਂ ਵਧੀਆ ਮਕੈਨਿਕ ਨਾਲ ਸਮਾਂ ਤੈਅ ਕਰ ਲਿਆ, ਉਹਨਾਂ ਨੇ ਹੋਟਲ ਮੈਨੇਜਰ ਨੂੰ ਫੋਨ ਕੀਤਾ ਤੇ ਉਸ ਕੋਲੋਂ ਆਪਣਾ ਮਨਭਾਉਂਦਾ ਸਮਾਂ ਹਾਸਲ ਕਰਨ ਲਈ ਬਹਿਸ ਕਰਨ ਦੀ ਬਜਾਏ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ। ਮੈਂ ਜਾਣਦਾ ਹਾਂ ਕਿ ਤੁਹਾਡਾ ਹੋਟਲ ਬਹੁਤ ਵਿਅਸਤ ਰਹਿੰਦਾ ਹੈ ਤੇ ਤੁਸੀਂ ਲਿਫਟ ਨੂੰ ਜ਼ਿਆਦਾ ਦੇਰ ਤੱਕ ਬੰਦ ਰੱਖ ਕੇ ਆਪਣੇ ਗਾਹਕਾਂ ਨੂੰ ਅਸੁਵਿਧਾ ਨਹੀਂ ਪਹੁੰਚਾਉਣਾ ਚਾਹੁੰਦੇ। ਅਸੀਂ ਤੁਹਾਡੀ ਸਮੱਸਿਆ ਨੂੰ ਸਮਝਦੇ ਹਾਂ ਤੇ ਅਸੀਂ ਤੁਹਾਡੀ ਗੱਲ ਰੱਖਣ ਦਾ ਹਰ ਸੰਭਵ ਯਤਨ ਕਰਦੇ ਹਾਂ, ਪਰੰਤੂ ਸਾਨੂੰ ਲੱਗਦਾ ਹੈ ਕਿ ਜੇਕਰ ਅਸੀਂ ਹੁਣੇ ਮੁਰੰਮਤ ਨਹੀਂ ਕੀਤੀ ਤਾਂ ਲਿਫਟ ਨੂੰ ਗੰਭੀਰ ਨੁਕਸਾਨ ਹੋ ਸਕਦਾ ਤੇ ਬਾਅਦ ਵਿੱਚ ਇਸ ਦੀ ਮੁਰੰਮਤ ਅੰਦਰ ਬਹੁਤ ਜ਼ਿਆਦਾ ਸਮਾਂ ਲੱਗ ਸਕਦਾ। ਮੈਂ ਜਾਣਦਾ ਕਿ ਤੁਸੀਂ ਇਹ ਨਹੀਂ ਚਾਹੋਗੇ ਕਿ ਤੁਹਾਡੇ ਗਾਹਕਾਂ ਨੂੰ ਕਈ ਦਿਨਾਂ ਤੱਕ ਅਸੁਵਿਧਾ ਰਹੇ। ਮੈਨੇਜਰ ਨੂੰ ਮੰਨਣਾ ਪਿਆ ਕਿ ਕਈ ਦਿਨਾਂ ਤੱਕ ਲਿਫਟ ਬੰਦ ਰਹਿਣ ਨਾਲੋਂ ਕੁਝ ਘੰਟਿਆਂ ਤੱਕ ਲਿਫਟ ਬੰਦ ਰਹਿਣਾ ਜ਼ਿਆਦਾ ਚੰਗਾ ਹੈ। ਗ੍ਰਾਹਕਾਂ ਨੂੰ ਖੁਸ਼ ਰੱਖਣ ਦੀ ਮੈਨੇਜਰ ਦੀ ਇੱਛਾ ਨਾਲ ਹਮਦਰਦੀ ਪ੍ਰਗਟ ਕਰਕੇ ਮਿਸਟਰ ਮੈਗਮ ਨੇ ਹੋਟਲ ਦੇ ਮੈਨੇਜਰ ਕੋਲੋਂ ਆਪਣੀ ਗੱਲ ਮਨਾ ਲਈ ਤੇ ਕਿਸੇ ਤਰ੍ਹਾਂ ਦੀ ਕੋਈ ਅਦਾਵਤ ਵੀ ਨਹੀਂ ਹੋਈ। ਜੋਇਸ ਮੈਸੂਰੀ ਦੇ ਸੈੱਟ ਵਿੱਚ ਪਿਆਨੋ ਟੀਚਰ ਸੀ। ਉਹਨਾਂ ਨੇ ਦੱਸਿਆ ਕਿ ਕਿਵੇਂ ਉਹਨਾਂ ਨੇ ਇੱਕ ਸਮੱਸਿਆ ਨੂੰ ਸੁਲਝਾਇਆ ਜਿਹੜੀ ਕਿ ਪਿਆਨੋ ਟੀਚਰਾਂ ਨੂੰ ਮੁਟਿਆਰਾਂ ਨਾਲ ਆਮ ਕਰਕੇ ਆਉਂਦੀ ਹੈ। ਉਹਨਾਂ ਦੀ ਕਲਾਸ ਵਿੱਚ ਇੱਕ ਕੁੜੀ ਸੀ ਬੇਬਟ। ਉਸਦੇ ਨਹੁੰ ਵਿਸ਼ੇਸ਼ ਤੌਰ ਤੇ ਲੰਬੇ ਸਨ। ਜੇਕਰ ਕਿਸੇ ਨੂੰ ਪਿਆਨੋ ਵਜਾਉਣ ਦੀ ਉਚਿਤ ਸਿਖਲਾਈ ਲੈਣੀ ਹੈ ਤਾਂ ਲੰਬੇ ਨਹੁੰ ਇਸ ਲਈ ਵੱਡੀ ਰੁਕਾਵਟ ਸਾਬਤ ਹੁੰਦੇ ਨੇ। ਮਿਸਿਸ ਨਾਰਿਸ ਦੱਸਦੀ ਹੈ, ਮੈਂ ਜਾਣਦੀ ਸੀ ਕਿ ਉਸਨੇ ਲੰਬੇ ਨਹੁੰ ਉਸਦੇ ਚੰਗੇ ਪਿਆਨੋ ਵਜਾਉਣ ਵਿੱਚ ਰੁਕਾਵਟ ਹੋਣਗੇ, ਜਿਵੇਂ ਕਿ ਉਸਦੀ ਖੋਜ ਸੀ। ਪਿਆਨੋ ਸਿੱਖਣ ਤੋਂ ਪਹਿਲਾਂ ਮੇਰੇ ਨਾਲ ਉਸਦੀ ਜਿਹੜੀ ਚਰਚਾ ਹੋਈ ਸੀ ਉਸ ਵਿੱਚ ਮੈਂ ਉਸਨੂੰ ਨਹੁੰ ਬਾਰੇ ਕੁਝ ਨਹੀਂ ਸੀ ਕਿਹਾ। ਮੈਂ ਨਹੀਂ ਚਾਹੁੰਦੀ ਸੀ ਕਿ ਉਹ ਪਿਆਨੋ ਸਿੱਖਣ ਤੋਂ ਪਹਿਲਾਂ ਨਿਰਾਸ਼ ਹੋ ਜਾਵੇ। ਮੈਂ ਜਾਣਦੀ ਸੀ ਕਿ ਉਹ ਆਪਣੇ ਨਹੁੰ ਨਹੀਂ ਕੱਟਣਾ ਚਾਹੇਗੀ ਜਿਨ੍ਹਾਂ ਨੂੰ ਉਸਨੇ ਇੰਨੇ ਯਤਨਾਂ ਨਾਲ ਵਧਾਇਆ ਹੈ ਅਤੇ ਜਿਨ੍ਹਾਂ ਦੀ ਸੁੰਦਰਤਾ ਉੱਤੇ ਉਸਨੂੰ ਇੰਨਾ ਮਾਣ ਸੀ। ਪਹਿਲੇ ਸਬਕ ਤੋਂ ਬਾਅਦ ਮੈਨੂੰ ਲੱਗਿਆ ਕਿ ਸਮਾਂ ਸਹੀ ਹੈ। ਮੈਂ ਉਸਨੂੰ ਕਿਹਾ, ਬੇਬਟ, ਤੁਹਾਡੇ ਹੱਥ ਬਹੁਤ ਆਕਰਸ਼ਕ ਹਨ ਅਤੇ ਤੁਹਾਡੇ ਨਹੁੰ ਬਹੁਤ ਸੋਹਣੇ, ਪਰੰਤੂ ਜੇਕਰ ਇਹ ਨਹੁੰ ਥੋੜ੍ਹੇ ਛੋਟੇ ਹੁੰਦੇ ਤਾਂ ਤੂੰ ਜ਼ਿਆਦਾ ਚੰਗੀ ਤਰ੍ਹਾਂ ਪਿਆਨੋ ਵਜਾ ਸਕਦੀ ਸੀ। ਇਸ ਬਾਰੇ ਸੋਚਣਾ ਠੀਕ ਹੈ। ਉਸਦੇ ਚਿਹਰੇ ਉੱਤੇ ਨੈਗੇਟਿਵ ਭਾਵ ਸਾਫ਼ ਦਿਖ ਰਹੇ ਸਨ। ਮੈਂ ਇਸ ਬਾਰੇ ਉਸਦੀ ਮਾਂ ਨਾਲ ਗੱਲ ਕੀਤੀ ਤੇ ਮੈਂ ਇਹ ਵੀ ਕਿਹਾ ਕਿ ਉਸਦੇ ਨਹੁੰ ਬਹੁਤ ਸੋਹਣੇ ਹਨ। ਮੈਨੂੰ ਇੱਕ ਹੋਰ ਨੈਗੇਟਿਵ ਪ੍ਰਤੀਕਿਰਿਆ ਦੇਖਣ ਨੂੰ ਮਿਲੀ। ਇਹ ਸਪਸ਼ਟ ਸੀ ਕਿ ਬੇਬਟ ਦੇ ਸੋਹਣੇ ਲੰਬੇ ਨਹੁੰ ਉਸ ਲਈ ਮਹੱਤਵਪੂਰਨ ਸਨ। ਅਗਲੇ ਹਫ਼ਤੇ ਬੇਬਟ ਆਪਣੇ ਦੂਜੇ ਸਬਕ ਲਈ ਕਲਾਸ ਵਿੱਚ ਆਈ। ਮੈਨੂੰ ਹੈਰਾਨੀ ਹੋਈ ਕਿ ਉਸਨੇ ਆਪਣੇ ਨਹੁੰ ਕਟਵਾ ਲਏ ਸਨ। ਮੈਂ ਇਸ ਗੱਲ ਲਈ ਉਸਦੀ ਤਾਰੀਫ ਕੀਤੀ ਤੇ ਕਿਹਾ ਕਿ ਇੰਨੇ ਸੋਹਣੇ ਨਹੁੰ ਕਟਾਉਣੇ ਉਸ ਲਈ ਕਿਸੇ ਤਿਆਗ ਤੋਂ ਘੱਟ ਨਹੀਂ ਸਨ। ਮੈਂ ਉਸਦੀ ਮਾਂ ਨੂੰ ਵੀ ਧੰਨਵਾਦ ਦਿੱਤਾ ਕਿ ਉਹਨਾਂ ਨੇ ਬੇਬਟ ਨੂੰ ਨਹੁੰ ਕੱਟਣ ਲਈ ਪ੍ਰੇਰਿਤ ਕੀਤਾ। ਮਾਂ ਦਾ ਜਵਾਬ ਸੀ, ਉਹ ਨਹੀਂ, ਮੈਂ ਕੁਝ ਨਹੀਂ ਕੀਤਾ। ਬੇਬਟ ਨੇ ਆਪ ਹੀ ਇਹ ਫੈਸਲਾ ਕੀਤਾ ਹੈ ਅਤੇ ਪਹਿਲੀ ਵਾਰ ਹੈ ਜਦੋਂ ਉਸਨੇ ਕਿਸੇ ਦੇ ਕਹਿਣ ਉੱਤੇ ਆਪਣੇ ਨਹੁੰ ਛੋਟੇ ਕੀਤੇ ਹਨ। ਕੀ ਮਿਸਿਸ ਨਾਰਿਸ ਨੇ ਬੇਬਟ ਨੂੰ ਧਮਕਾਇਆ? ਕਿ ਉਹਨਾਂ ਨੇ ਇਹ ਕਿਹਾ ਕਿ ਉਹ ਲੰਮੇ ਨਹੁੰ ਵਾਲੀ ਸਟੂਡੈਂਟ ਨੂੰ ਸੰਗੀਤ ਨਹੀਂ ਸਿਖਾਏਗੀ? ਨਹੀਂ, ਉਹਨਾਂ ਨੇ ਇਸ ਤਰ੍ਹਾਂ ਨਹੀਂ ਕੀਤਾ। ਉਹਨਾਂ ਨੇ ਬੇਬਟ ਨੂੰ ਕੇਵਲ ਇਹ ਦੱਸਿਆ ਕਿ ਉਸਦੇ ਨਹੁੰ ਬਹੁਤ ਸੋਹਣੇ ਹਨ ਤੇ ਉਹਨਾਂ ਨੂੰ ਕੱਟਣਾ ਉਸ ਲਈ ਕਿਸੇ ਬਲੀਦਾਨ ਤੋਂ ਘੱਟ ਨਹੀਂ। ਉਹਨਾਂ ਦਾ ਅਰਥ ਸੀ, ਮੈਨੂੰ ਤੁਹਾਡੇ ਨਾਲ ਸਹਾਨੂਭੂਤੀ ਹੈ। ਮੈਂ ਜਾਣਦੀ ਹਾਂ ਇਹ ਸੌਖਾ ਨਹੀਂ ਹੋਵੇਗਾ, ਪਰੰਤੂ ਇਸ ਨਾਲ ਤੁਹਾਨੂੰ ਸੰਗੀਤ ਸਿੱਖਣ ਵਿੱਚ ਸੌਖ ਹੋਵੇਗੀ। ਸਾਲ ਹੁਰਾਕ ਸ਼ਾਇਦ ਅਮਰੀਕਾ ਦੇ ਨੰਬਰ 1 ਸੰਚਾਲਕ ਸਨ। ਲਗਭਗ ਅੱਧੀ ਸਦੀ ਤੱਕ ਉਹਨਾਂ ਦਾ ਵਾਹ ਕਲਾਕਾਰਾਂ ਨਾਲ ਪਿਆ, ਜਿਨ੍ਹਾਂ ਵਿੱਚ ਚੈਪਲਿਨ, ਇਸਾਡੋਰਾ ਡੰਕਨ, ਪਾਵਲੋਵਾ ਵਰਗੇ ਵਿਸ਼ਵ ਪ੍ਰਸਿੱਧ ਕਲਾਕਾਰਾਂ ਨਾਲ ਵਿਚਰਨ ਕਰਨ ਵਿੱਚ ਜਿਹੜੀ ਪਹਿਲੀ ਚੀਜ਼ ਉਸਨੇ ਸਿੱਖੀ ਉਹ ਇਹ ਸੀ ਕਿ ਉਹਨਾਂ ਨਾਲ ਸਹਾਨੂਭੂਤੀ ਰੱਖਣ ਦੀ ਲੋੜ ਸੀ। ਉਹਨਾਂ ਦੀ ਸਨਕ ਪ੍ਰਤੀ ਬਹੁਤ ਜ਼ਿਆਦਾ ਸਹਾਨੂਭੂਤੀ ਪ੍ਰਦਰਸ਼ਨ ਕਰਨ ਦੀ ਲੋੜ ਸੀ। 3 ਸਾਲਾਂ ਤੱਕ ਉਹ ਫਿਊਡੋਰ ਦੇ ਸੰਚਾਲਕ ਸਨ, ਜਿਨ੍ਹਾਂ ਨੇ ਆਪਣੀ ਸੰਗੀਤ ਪ੍ਰਤਿਭਾ ਨਾਲ ਸਾਰੇ ਵਿਸ਼ਵ ਨੂੰ ਰੋਮਾਂਚਿਤ ਕਰ ਦਿੱਤਾ ਸੀ। ਪਰੰਤੂ ਫਿਊਡੋਰ ਆਪਣੇ ਆਪ ਵਿੱਚ ਇੱਕ ਵੱਡੀ ਸਮੱਸਿਆ ਸਨ। ਉਹ ਵਿਗੜੇ ਹੋਏ ਬੱਚਿਆਂ ਵਾਂਗ ਵਿਵਹਾਰ ਕਰਦੇ,
ਮਿਸਟਰ ਹੁਰਾਕ ਦੇ ਸ਼ਬਦਾਂ ਵਿੱਚ ਉਹ ਹਰ ਤਰ੍ਹਾਂ ਕਿਸੇ ਨਾ ਕਿਸੇ ਤੂਫਾਨ ਤੋਂ ਘੱਟ ਨਹੀਂ ਸਨ। ਮਿਸਾਲ ਲਈ ਫਿਊਡਾਰ ਮਿਸਟਰ ਹੁਰਾਕ ਨੂੰ ਸੰਗੀਤ ਪ੍ਰੋਗਰਾਮ ਵਾਲੀ ਦੁਪਹਿਰ ਨੂੰ ਬੁਲਾ ਕੇ ਕਹਿੰਦੇ ਸਨ, ਸਾਲ ਮੇਰੀ ਤਬੀਅਤ ਅੱਜ ਠੀਕ ਨਹੀਂ, ਮੇਰਾ ਗਲਾ ਕਿਸੇ ਕੱਚੇ ਹੈਮਬਰਗਰ ਵਰਗਾ ਹੋ ਰਿਹਾ ਹੈ, ਅੱਜ ਰਾਤ ਗਾਣਾ ਮੇਰੇ ਲਈ ਅਸੰਭਵ ਹੈ। ਕੀ ਮਿਸਟਰ ਹੁਰਾਕ ਉਹਨਾਂ ਨਾਲ ਬਹਿਸ ਕਰਦੇ ਸਨ? ਨਹੀਂ, ਬਿਲਕੁਲ ਨਹੀਂ। ਉਹ ਜਾਣਦੇ ਸਨ ਕਿ ਕੋਈ ਵੀ ਮੈਨੇਜਰ ਆਪਣੇ ਕਲਾਕਾਰਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਨਹੀਂ ਕਰਦਾ, ਇਸ ਲਈ ਉਹ ਫਿਊਡੋਰ ਦੇ ਹੋਟਲ ਵਿੱਚ ਦੌੜੇ ਪਹੁੰਚਦੇ, ਚਿਹਰੇ ਉੱਪਰ ਹਮਦਰਦੀ ਲਿਆ ਕੇ ਅੰਦਰ ਵੜਦੇ ਸਨ। ਕਿੰਨੇ ਅਫਸੋਸ ਦੀ ਗੱਲ ਹੈ, ਤੁਸੀਂ ਅੱਜ ਗਾ ਨਹੀਂ ਸਕਦੇ, ਮੈਂ ਇਹ ਪ੍ਰੋਗਰਾਮ ਤੁਰੰਤ ਕੈਂਸਲ ਕਰ ਦਿੰਦਾ ਹਾਂ, ਪਰੰਤੂ ਇਸ ਨਾਲ ਤੁਹਾਨੂੰ $2000 ਦਾ ਨੁਕਸਾਨ ਤਾਂ ਹੋਵੇਗਾ ਹੀ, ਪਰੰਤੂ ਤੁਹਾਡੇ ਮਾਨ ਸਨਮਾਨ ਦੀ ਤੁਲਨਾ ਵਿੱਚ ਇਹ ਕੁਝ ਵੀ ਨਹੀਂ। ਇਸ ਉੱਤੇ ਫਿਊਡੋਰ ਆਹ ਭਰ ਕੇ ਕਹਿੰਦੇ ਸਨ, ਸ਼ਾਇਦ ਤੁਸੀਂ ਸ਼ਾਮ ਤੱਕ ਇੰਤਜ਼ਾਰ ਕਰਕੇ ਦੇਖੋ, 5 ਵਜੇ ਆਇਓ, ਦੇਖਦੇ ਹਾਂ, ਸ਼ਾਇਦ ਉਦੋਂ ਤੱਕ ਸੁਧਾਰ ਹੋ ਜੇ। 5 ਵਜੇ ਇੱਕ ਵਾਰੀ ਫੇਰ ਮਿਸਟਰ ਹੁਰਾਕ ਹੋਟਲ ਵਿੱਚ ਦੌੜੇ ਪਹੁੰਚਦੇ ਤੇ ਸਹਾਨੂਭੂਤੀ ਉਹਨਾਂ ਦੇ ਚਿਹਰੇ ਤੇ ਸਾਫ਼ ਝਲਕਦੀ ਸੀ। ਇੱਕ ਵਾਰੀ ਫੇਰ ਉਹ ਪ੍ਰੋਗਰਾਮ ਕੈਂਸਲ ਕਰਨ ਉੱਤੇ ਜ਼ੋਰ ਦਿੰਦੇ ਤੇ ਇੱਕ ਵਾਰੀ ਫੇਰ ਫਿਊਡੋਰ ਆਹ ਭਰ ਕੇ ਕਹਿੰਦੇ, ਸ਼ਾਇਦ ਤੁਸੀਂ ਥੋੜੀ ਦੇਰ ਬਾਅਦ ਆ ਕੇ ਮੇਰਾ ਹਾਲ ਦੇਖਿਓ, ਉਦੋਂ ਤੱਕ ਸ਼ਾਇਦ ਮੇਰੀ ਹਾਲਤ ਵਿੱਚ ਸੁਧਾਰ ਆ ਜਾਵੇ। 7:30 ਵਜੇ ਮਹਾਨ ਗਾਇਕ ਗਾਉਣ ਲਈ ਤਿਆਰ ਹੋ ਜਾਂਦਾ ਸੀ, ਪਰੰਤੂ ਇਸ ਸ਼ਰਤ ਉੱਪਰ ਕਿ ਮਿਸਟਰ ਹੁਰਾਕ ਪ੍ਰੋਗਰਾਮ ਵਿੱਚ ਸਟੇਜ ਤੋਂ ਇਹ ਐਲਾਨ ਕਰਨਗੇ ਕਿ ਫਿਊਡਾਰ ਨੂੰ ਅੱਜ ਬਹੁਤ ਸਰਦੀ ਹੈ, ਇਸ ਲਈ ਉਹਨਾਂ ਦਾ ਗਲਾ ਖਰਾਬ ਹੈ। ਮਿਸਟਰ ਹੁਰਾਕ ਝੂਠ ਬੋਲ ਦਿੰਦੇ ਸਨ ਕਿ ਉਹ ਇਸ ਤਰ੍ਹਾਂ ਜ਼ਰੂਰ ਕਰਨਗੇ, ਕਿਉਂਕਿ ਉਹ ਜਾਣਦੇ ਸਨ ਕਿ ਇਸ ਗਾਇਕ ਨੂੰ ਸਟੇਜ ਉੱਪਰ ਲਿਆਉਣ ਦਾ ਇਹੀ ਕਲਾ ਤਰੀਕਾ ਹੈ। ਡਾਕਟਰ ਆਰਥਰ ਆਈ ਗ੍ਰੇਟਸ ਨੇ ਆਪਣੀ ਸ਼ਾਨਦਾਰ ਪੁਸਤਕ ਐਜੂਕੇਸ਼ਨਲ ਸਾਈਕੋਲੋਜੀ ਵਿੱਚ ਲਿਖਿਆ ਹੈ, ਸਾਰੀ ਮਨੁੱਖੀ ਜਾਤੀ ਹਮਦਰਦੀ ਚਾਹੁੰਦੀ ਹੈ। ਬੱਚਾ ਆਪਣੀ ਸੱਟ ਦਿਖਾਉਂਦਾ ਹੈ, ਕਈ ਵਾਰ ਤਾਂ ਜਾਣਬੁੱਝ ਕੇ ਸੱਟ ਲਵਾ ਲੈਂਦਾ ਹੈ ਤਾਂ ਜੋ ਸਹਾਨੂਭੂਤੀ ਪ੍ਰਾਪਤ ਹੋ ਸਕੇ। ਇਸੇ ਕਾਰਨ ਜਵਾਨ ਲੋਕ ਆਪਦੀਆਂ ਸੱਟਾਂ ਦਿਖਾਉਂਦੇ ਹਨ, ਆਪਣੇ ਹਾਦਸਿਆਂ ਦੇ ਕਿੱਸੇ ਸੁਣਾਉਂਦੇ ਹਨ, ਆਪਣੀ ਬਿਮਾਰੀ ਦੇ ਦਰਦ ਦੱਸਦੇ ਹਨ, ਖਾਸ ਤੌਰ 'ਤੇ ਆਪਣੇ ਆਪਰੇਸ਼ਨਾਂ ਦੇ। ਆਪਣੀ ਵਾਸਤਵਿਕ ਜਾਂ ਕਾਲਪਨਿਕ ਵਿਪਤਾ ਲਈ ਆਤਮਦਇਆ ਦਿਖਾਉਣਾ ਕੁਝ ਹੱਦ ਤੱਕ ਸਾਰੀ ਮਨੁੱਖ ਜਾਤੀ ਦੇ ਸੁਭਾਅ ਵਿੱਚ ਹੈ। ਤਾਂ ਜੇਕਰ ਤੁਸੀਂ ਲੋਕਾਂ ਕੋਲੋਂ ਆਪਣੀ ਗੱਲ ਮਨਵਾਉਣਾ ਚਾਹੁੰਦੇ ਹੋ ਤਾਂ ਇਸ 'ਤੇ ਅਮਲ ਕਰੋ। ਸਿਧਾਂਤ 9ਵਾਂ, ਸਾਹਮਣੇ ਵਾਲੇ ਵਿਅਕਤੀ ਦੇ ਵਿਚਾਰਾਂ ਤੇ ਇੱਛਾਵਾਂ ਪ੍ਰਤੀ ਹਮਦਰਦੀ ਪ੍ਰਗਟ ਕਰੋ।